ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰਾਂ ਦੀ ਬਾਣੀ, ਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਕਥਾ, ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ ਹੈ। ਸੋ ਸਤਸੰਗੀ ਵਾਸਤੇ ਅਤੀ ਜ਼ਰੂਰੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਚੱਲ ਕੇ ਆਉਣਾ, ਸਤਿਕਾਰ ਨਾਲ ਮੱਥਾ ਟੇਕ ਕੇ ਸੰਗਤ ਵਿੱਚ ਸੁਚੇਤ ਹੋ ਕੇ ਬੈਠਣਾ, ਚਿੱਤ ਬਿਰਤੀਆਂ ਨੂੰ ਇਕਾਗਰ ਕਰ ਲੈਣਾ, ਲੈ ਕੇ ਬੈਠਣਾ ਹੈ। ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ। ਗੁਰ ਦਰਬਾਰ ਦੇ ਵਿੱਚ ਨਾ ਕੁਝ ਹੋ ਕੇ ਆਉਣਾ। ਤਾਂ ਤੇ ਐਸਾ ਦਰਬਾਰ ਆਵੇ ਜਿਹੜੀਆਂ ਆਸੇ ਪਾਸੇ ਆਵਾਜ਼ਾਂ ਵਿੱਚ ਆ ਕੇ ਫਿਰ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਜੇ ਇਹ ਗੁਣ ਹੋਣ ਸਾਡੇ ਵਿੱਚ, ਸ਼ਰਧਾ ਭਾਵਨਾ, ਸਤਿਕਾਰ, ਸਾਵਧਾਨਤਾ, ਇਕਾਗਰਤਾ, ਸੰਗਤ ਵਿੱਚ ਆ ਕੇ ਲਾਹਾ ਲੈਣ ਵਾਸਤੇ ਜ਼ਰੂਰੀ ਗੁਣ ਤੋਂ ਵਿੱਚ ਦੀ ਕੱਟ ਹੋ ਜਾਂਦਾ, ਵੋਲਟੇਜ ਵੱਧ ਜਾਂਦੀ ਹੈ। ਸ਼ਰਧਾ ਭਾਵਨਾ, ਸਤਿਕਾਰ, ਸਾਵਧਾਨਤਾ, ਇਕਾਗਰਤਾ, ਨਿਰਪੱਖਤਾ, ਨਿਰਮਾਣਤਾ, ਇਹ ਅਤੀ ਜ਼ਰੂਰੀ ਗੁਣ ਹੈ ਜੋ ਕਿ ਹਰ ਸਤਸੰਗੀ ਵਿੱਚ ਹੋਣੇ ਚਾਹੀਦੇ ਹੈ। ਤਾਂ ਤੇ ਗੁਰਦਰਬਾਰ ਦੇ ਵਿੱਚ ਆਏ ਹਾਂ, ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸੁਣਨਾ ਹੈ। ਸੋ ਸਤਿਗੁਰਾਂ ਦੀ ਬਾਣੀ ਜੋ ਕਿ ਸਾਨੂੰ ਜੀਵਨ ਦਾ ਢੰਗ ਤਰੀਕਾ ਦੱਸਦੀ ਹੈ। ਪਹਿਲਾਂ ਆਪਾਂ ਇਹ ਸਮਝਣਾ ਹੈ ਵੀ ਸਿੱਖੀ ਦਾ ਸਰੂਪ ਕੀ ਹੈ। ਸਿੱਖੀ, ਸਿੱਖਿਆ, ਗੁਰ ਵਿਚਾਰ। ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜਿਉਣ ਸਿੱਖ ਜਾਣਾ, ਇਹ ਹੈ ਸਿੱਖੀ। ਜਿਨ੍ਹਾਂ ਨੇ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਜੀਵਨ ਦੀ ਜੁਗਤ ਨੂੰ ਸਿੱਖਿਆ, ਗੁਰੂ ਦੇ ਵਚਨਾਂ ਦੇ ਮੁਤਾਬਕ ਜਿਹੜਾ ਜਿਉਣ ਸਿੱਖ ਜਾਵੇ, ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਉਹ ਛੱਡ ਦੇਵੇ, ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਆ ਉਹ ਕਰੇ। ਸਿੱਖੀ, ਸਿੱਖਿਆ, ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਤਾਂ ਤੇ ਹੁਣ ਅਸੀਂ ਇਹ ਵੇਖਣਾ ਹੈ ਵੀ ਕਿ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਦੀ ਕੀਤੀ ਹੈ, ਕਿਉਂਕਿ ਸਿੱਖੀ ਹੈ ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜਿਉਣ ਸਿੱਖਣਾ। ਕਿਤੇ ਸਿੱਖ ਦੀ ਪਰਿਭਾਸ਼ਾ ਦਿੱਤੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਗੁਰੂ ਜੀ ਕਹਿੰਦੇ ਉਹ ਸਾਡਾ ਸਿੱਖ ਹੈ, ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਰਿਸ਼ਤੇਦਾਰ ਹੈ, ਉਹੀ ਸਾਡਾ ਭਾਈ ਹੈ। ਸਾਰੇ ਸੰਬੰਧ ਉਹਦੇ ਨਾਲ ਹੈ। ਕਿਹੜਾ? ਜੇ ਗੁਰ ਕੇ ਭਾਣੇ ਵਿੱਚ ਆਵੈ, ਜਿਹੜਾ ਗੁਰੂ ਦੀ ਆਗਿਆ ਦੇ ਵਿੱਚ ਆ ਜਾਵੇ। ਗੁਰ ਕੇ ਭਾਣੇ ਚ ਆਉਣ ਦਾ ਭਾਵ ਜੋ ਗੁਰੂ ਜੀ ਨਹੀਂ ਭਾਉਂਦਾ ਉਹ ਕੰਮ ਕਰੇ, ਜੋ ਨਹੀਂ ਭਾਉਂਦਾ ਉਹ ਨਾ ਕਰੇ। ਜਿਹੜਾ ਆਪਦੀ ਮਰਜ਼ੀ ਨਾਲ ਚੱਲਦਾ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਆਪਣੀਆਂ ਮਨ ਮਰਜ਼ੀਆਂ ਛੱਡਣੀਆਂ, ਗੁਰ ਕੇ ਭਾਣੇ ਵਿੱਚ ਆਉਣਾ ਹੈ, ਫਿਰ ਉਹ ਸਿੱਖ ਸੇਵਕ ਬਣਦਾ ਹੈ। ਆਪਾਂ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ, ਕੌਣ ਹੈ ਸਿੱਖ ਸੇਵਕ? ਠਾਕੁਰ ਕਾ ਸੇਵਕ ਆਗਿਆਕਾਰੀ, ਠਾकुर का सेवक सदा पुजारी, ठाकुर के सेवक है मन प्रतीत, ठाकुर के सेवक की निर्मल रीत, ठाकर को सेवक जानै संग, प्रभ का सेवक नाम कै रंग, सेवक को प्रभ पालनहारा, सेवक की राखै निरंकारा, सो सेवक जिस दया प्रभ धारै, नानक सो सेवक सास सास समारै। तां ते सिख सेवक इक्को ही गल है। ਤਾਂ ਤੇ ਗੁਰੂ ਦੀ ਆਗਿਆ ਦੇ ਵਿੱਚ ਅਸੀਂ ਚੱਲਣਾ ਹੈ। ਤੇ ਗੁਰੂ ਨੂੰ ਕੀ ਭਾਉਂਦਾ, ਗੁਰੂ ਦੀ ਕੀ ਆਗਿਆ ਹੈ, ਗੁਰੂ ਦੀ ਕੀ ਸਿੱਖਿਆ ਹੈ, ਇਹ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਹੀ ਪਤਾ ਲੱਗਦਾ। ਤਾਂ ਤੇ ਸਿੱਖੀ, ਸਿੱਖਿਆ, ਗੁਰੂ ਵਿਚਾਰ।
ਕਿਤੇ ਭਾਈ ਗੁਰਦਾਸ ਜੀ ਵੀ ਸਿੱਖ ਦੀ ਇਹੀ ਪਰਿਭਾਸ਼ਾ ਦਿੰਦੇ ਹੈ, ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ, ਕਪਟ ਸਨੇਹ ਕੀਏ ਪਾਛੇ ਪਛਤਾਤ ਹੈ। ਸਿੱਖ ਜਿਹੜਾ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼, ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣੇ, ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ, ਫਿਰ ਉਪਦੇਸ਼ ਦੀ ਰਹਿਤ ਵਿੱਚ ਰਹੇ, ਉਪਦੇਸ਼ ਦੀ ਰਹਿਤ ਵਿੱਚ ਰਹੇ। ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਛੱਡ ਦੇਵੇ, ਜੋ ਕਰਨ ਵਾਸਤੇ ਕਹਿੰਦੇ ਆ ਉਹ ਕਰੇ। ਇਹੀ ਹੁੰਦਾ ਨਾ ਗੁਰ ਸ਼ਬਦ ਦੀ ਰਹਿਤ। ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ, ਕਪਟ ਸਨੇਹ ਕੀਏ ਪਾਛੇ ਪਛਤਾਤ ਹੈ। ਜਿਹੜਾ ਕਪਟ ਸਨੇਹ ਭਾਵ ਕੇ ਮੱਥਾ ਤਾਂ ਟੇਕਦਾ ਪਰ ਵਚਨ ਸੁਣ ਕੇ ਮੰਨਦਾ ਨਹੀਂ, ਫਿਰ ਤਾਂ ਉਹ ਗੱਲ ਹੋ ਗਈ ਵੀ ਸਲਾਮ ਜਵਾਬ ਦੋ ਬੈਂ ਕਰੇ, ਮੁੱਢੋਂ ਕੁੱਥਾ ਜਾਏ। ਸਲਾਮ ਨਾਲੇ ਮੱਥਾ ਟੇਕਣਾ, ਨਾਲੇ ਬਚਨ ਮੰਨਣ ਤੋਂ ਜਵਾਬ ਦੇਣਾ। ਸਲਾਮ ਜਵਾਬ ਦੋ ਬੈਂ ਕਰੇ, ਦੋਨੇ ਕੰਮ ਹੀ ਕਰਦਾ, ਫਿਰ ਤਾਂ ਭਾਈ ਜੜ ਚੋਂ ਉਖੜ ਜਾਂਦਾ, ਮੁੱਢੋਂ ਕੁੱਥਾ ਜਾਏ। ਤਾਂ ਤੇ ਮੱਥਾ ਟੇਕੀਏ ਗੁਰੂ ਨੂੰ, ਭਾਵ ਕਿ ਗੁਰੂ ਦਾ ਵਚਨ ਸੁਣ ਕੇ ਮੰਨੀਏ। ਖੋਪੜੀ ਗੁਰੂ ਦੇ ਚਰਨਾਂ ਵਿੱਚ, ਭਾਵ ਆਪਣੀ ਮਨਮੱਤ ਛੱਡ ਦੇ, ਗੁਰੂ ਦੀ ਮੱਤ ਗ੍ਰਹਿਣ ਕਰ ਲਾ। ਜੇ ਗੁਰੂ ਦੀ ਮੱਤ ਅਸੀਂ ਗ੍ਰਹਿਣ ਕਰ ਲਈਏ ਫਿਰ ਤਾਂ ਵਿਕਸੇ ਅੰਮ੍ਰਿਤ ਪਾਏ, ਗੁਰਮਤਿ ਬੁੱਧ ਪਾਈ, ਅੱਖੋਂ ਪਰਮਲ ਭਏ, ਅੰਤਰ ਵਾਸਨਾ ਵਸਾਈ। ਫਿਰ ਤਾਂ ਸਾਡਾ ਜ਼ਹਿਰ ਤੋਂ ਅੰਮ੍ਰਿਤ ਵਰਗਾ ਜੀਵਨ ਬਣ ਜਾਵੇ। ਜੇ ਅਸੀਂ ਗੁਰੂ ਦੀ ਮੱਤ ਤੇ ਚੱਲ ਕੇ, ਜਾਣੀ ਕਿ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਈਏ, ਫਿਰ ਸਾਡੀ ਜਿਹੜੀ ਬੁੱਧੀ ਹੈ ਉਹ ਗੁਰੂ ਦੀ ਮੱਤ ਅਨੁਸਾਰ ਨਿਰਣਾ ਕਰੇ, ਗੁਰਮਤਿ ਬੁੱਧ ਪਾਈ। ਫਿਰ ਅੱਖ ਤੋਂ ਪਰਮਲ ਜਾਣੀ ਕਿ ਚੰਦਨ ਬਣ ਜਾਂਦਾ ਹੈ। ਗੁਰੂ ਦੀ ਮੱਤ ਤੋਂ ਬਿਨਾਂ ਅਸੀਂ ਭਟਕਦੇ ਹਾਂ। ਤਾਂ ਤੇ ਇੱਥੋਂ ਤੱਕ ਵਿਚਾਰ ਵੀ ਅਸੀਂ ਗੁਰਸਿੱਖ ਤਾਂ ਹਾਂ ਜੇ ਅਸੀਂ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਸਿੱਖਿਆ ਦੇ ਮੁਤਾਬਕ ਚੱਲੀਏ। ਸਨਮੁਖ ਸਿੱਖ ਕੌਣ ਹੁੰਦਾ ਹੈ, ਇਹ ਵੀ ਬਾਣੀ ਦੇ ਵਿੱਚ ਨਿੱਤ ਪੜ੍ਹਦੇ ਆਪਾਂ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਈ। ਕਹੈ ਨਾਨਕ ਸੁਣਹੁ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਹੁਣ ਗੁਰੂ ਦੇ ਸਨਮੁਖ ਸਿੱਖ ਉਹੀ ਹੈ ਨਾ ਜਿਹੜਾ ਅੰਦਰ ਤੋਂ ਗੁਰੂ ਦੇ ਨਾਲ, ਗੁਰੂ ਤੋਂ ਪਾਸੇ ਨਹੀਂ ਹੋਣਾ, ਅੰਦਰ ਅੰਤਰਾਤਮੇ ਗੁਰੂ ਦੇ ਬਚਨਾਂ ਨੂੰ ਸੰਭਾਲੇ, ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਵੇ। ਗੁਰੂ ਦੇ ਚਰਨ ਕਿਹੜੇ ਹੁੰਦੇ ਆ? ਗੁਰੂ ਦਾ ਵਚਨ। ਚਰਨ ਦਾ ਅਰਥ ਹੁੰਦਾ ਵਚਨ, ਕਿਉਂਕਿ ਪ੍ਰਤੀਕਾਤਮਕ ਭਾਸ਼ਾ ਹੁੰਦੀ ਹੈ। ਹਿਰਦੇ ਚਰਨ ਸ਼ਬਦ ਸਤ ਗੁਰ ਕੋ, ਨਾਨਕ ਬਾਂਧਿਓ ਪਾਲ, ਮਾਈ ਗੁਰ ਚਰਨ ਮੀਠੇ। ਜੇ ਅੱਖਰੀ ਅਰਥ ਕਰੀਏ ਆਪਾਂ ਤਾਂ ਫਿਰ ਗੁਰ ਚਰਨ ਮੀਠੇ ਦਾ ਅੱਖਰੀ ਅਰਥ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦੇ ਚਰਨਾਂ ਦਾ ਮਾਸ ਤਾਂ ਨਹੀਂ ਨਾ ਕੋਈ ਖਾਂਦਾ ਵੀ ਹਾਂ ਜੀ ਗੁਰੂ ਦੇ ਚਰਨ ਮਿੱਠੇ ਆ, ਨਾ ਕੋਈ ਜੀਭ ਨਾ ਚੱਟਦਾ। ਲਿਖਿਆ ਹੋਇਆ ਮਾਈ ਗੁਰ ਚਿਤਾਂ, ਤੇ ਚਰਨ ਦਾ ਭਾਵ ਹੁੰਦਾ ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੀ ਗੁਰੂ ਦੇ ਚਰਨ ਹੁੰਦੇ ਹੈ। ਤੇ ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼ ਨਾਲ ਜੁੜਨਾ ਹੀ ਗੁਰੂ ਦੇ ਚਰਨਾਂ ਨਾਲ ਜੁੜਨਾ ਹੁੰਦਾ ਹੈ। ਲਿਖਣ ਵਾਲਾ ਲਿਖਤ ਵਿੱਚ ਸਮਾਇਆ ਹੁੰਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਬਾਣੀ ਦੇ ਵਿੱਚ ਹੈ। ਲਿਖਤ ਗੁਰੂ ਦਾ ਹਿਰਦਾ, ਲਿਖਣ ਵਾਲਾ ਲਿਖਤ ਵਿੱਚ ਸਮਾਇਆ ਹੁੰਦਾ ਹੈ। ਲਿਖਤ ਹੀ ਲਿਖਣ ਵਾਲੇ ਦਾ ਅਸਲੀ ਸਰੂਪ ਹੁੰਦਾ ਹੈ। ਤਾਈਓ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬ ਹੈ ਗੋ। ਜਿਸ ਕਰਕੇ ਭਾਈ ਸਤਿਗੁਰੂ ਦਾ ਸਰਗੁਣ ਸਰੂਪ ਵਚਨ ਹੈ, ਵਚਨ ਹੀ ਸਤਿਗੁਰੂ ਹੈ ਜੋ ਸਾਨੂੰ ਮੁਕਤੀ ਦਾ ਪਾਦਰ, ਪੱਧਰਾ ਰਸਤਾ, ਸਿੱਧਾ ਗੁਰਮੁਖ ਗਾਡੀ ਰਾਹ। ਤਾਂ ਕਿ ਵਚਨ ਹੀ ਸਾਨੂੰ ਗੁਰਮੁਖ ਗਾਡੀ ਰਾਹ ਵਿਖਾਉਂਦਾ ਹੈ। ਜਿਸ ਕਰਕੇ ਸਤਿਗੁਰੂ ਦਾ ਸਰੂਪ ਵਚਨ ਹੈ, ਸਰਗੁਣ ਨਿਰਗੁਣ ਆਪ ਪਰਮੇਸ਼ਰ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਤਾਂ ਤੇ ਪਹਿਲਾਂ ਤਾਂ ਅਸੀਂ ਸਤਿਗੁਰ ਵਚਨ ਦੇ ਨਾਲ ਜੁੜਨਾ ਹੈ, ਸਤਿਗੁਰੂ ਨਾਲ ਜੁੜਨਾ ਹੈ, ਸਤਿਗੁਰ ਦੇ ਚਰਨਾਂ ਨਾਲ ਜੁੜਨਾ ਹੈ। ਗੁਰਬਾਣੀ ਹੀ ਸਤਿਗੁਰ ਦੇ ਚਰਨ ਹੈ, ਇਹ ਗੱਲ ਨਾ ਕਿਤੇ ਭੁੱਲ ਜਾਇਓ। ਤਾਂ ਤੇ ਗੱਲ ਚੱਲੀ ਸੀ ਸਨਮੁਖ ਸਿੱਖ ਦੀ। ਤਾਂ ਤੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਹੀ ਜੀਹੋ ਰਹਿ ਗੁਰ ਨਾਲੇ। ਗੁਰ ਕੇ ਚਰਨ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮਾ ਸੰਭਾਲੇ, ਆਪ ਛੱਡ।
ताते अपनियां मनमर्जियां छड्ड देवे, अपना आप गुरु नूं सौंप देवे। तन मन धन सब सौंप गुर को हुक्म मन्ने पाईए। बस गुरपरैन होके रहे गुरु दे आसरे। आप छड़ सदा रहे परने, गुर बिना वरना जाने कोई, हम गुरु तो बिना होर ना जाने। कहे नानक सुनहो संत हो, सो सिख सन्मुख होए। ਉਹ ਹੈ ਸਨਮੁਖ ਸਿੱਖ। ਤਾਂ ਤੇ ਅਸੀਂ ਗੁਰੂ ਦੀ ਬਾਣੀ ਨੂੰ ਹੁਣ ਵਿਚਾਰਨਾ ਹੈ। ਹੁਣ ਇਸ ਤੱਕ ਆਪਾਂ ਕੀ ਵਿਚਾਰ ਕਰ ਲਈ ਵੀ ਸਿੱਖ ਕੌਣ ਹੈ, ਸਿੱਖੀ ਕੀ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ। ਹੁਣ ਗੁਰੂ ਦੀ ਬਾਣੀ ਦੀ ਵਿਚਾਰ, ਪਹਿਲਾ ਸਬਜੈਕਟ ਗੁਰੂ ਦੀ ਬਾਣੀ ਇਹ ਕਹਿ ਰਹੀ ਹੈ, ਪਹਿਲੇ ਵਿਸ਼ੇ ਤੇ ਗੱਲ ਕਰੀਏ ਵੀ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਦਾ ਆਸਰਾ ਨਹੀਂ ਲੈਣਾ, ਇੱਕ ਦਾ ਹੀ ਆਸਰਾ ਲੈਣਾ। ਇਹ ਬਾਣੀ ਦਾ ਫੈਸਲਾ ਨਾ ਦੇਖੋ। ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ, ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਤਜਹੁ ਸਿਆਣਪ ਸੁਰਜਨ ਹਉ, ਸਿਮਰਹੁ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਇੱਕ ਦੀ ਆਸ ਰੱਖੋ, ਬਸ ਇੱਕ ਮਾਲਕ ਪਰਮੇਸ਼ਰ ਤੇ ਟੇਕ। ਥਾਂ ਥਾਂ ਤੇ ਬਾਣੀ ਚ ਇੱਕ ਦੀ ਗੱਲ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ। ਕਿਤੇ ਗੁਰਬਾਣੀ ਦੇ ਵਿੱਚ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਕਿਤੇ 10ਵੇਂ ਪਾਤਸ਼ਾਹ ਜੀ ਕਹਿੰਦੇ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾਨੈ। ਇੱਕ ਪਰਮੇਸ਼ਰ ਤੋਂ ਬਿਨਾਂ ਦੂਜੇ ਦਾ ਖਿਆਲ ਵੀ ਨਾ ਆਵੇ ਮਨ ਚ। ਇੱਕ ਤੋਂ ਬਿਨਾਂ ਹੋਰ ਨਹੀਂ ਕਿਸੇ ਦਾ ਸਹਾਰਾ ਲੈਣਾ। ਹੁਣ ਸੋਚੋ ਵੀ ਕੀ ਆਪਾਂ, ਇਹ ਬਾਣੀ ਦੀ ਵਿਚਾਰ ਹੈ ਨਾ, ਦੇਖੋ ਕੀ ਆਪਾਂ ਇਸ ਵਿਚਾਰ ਨੂੰ ਮੰਨ ਲਿਆ। ਅਸੀਂ ਤਾਂ ਆਸਰੇ ਲੈਂਦੇ ਫਿਰਦੇ ਹਾਂ, ਕੋਈ ਕਬਰਾਂ ਦਾ, ਕੋਈ ਸਮਾਧਾਂ ਦਾ, ਕੋਈ ਮਟੀਆਂ ਦਾ, ਕੋਈ ਦੇਵੀ ਦੇਵਤਿਆਂ ਦਾ, ਕੋਈ ਬਾਬੇ ਪੀਰਾਂ ਦਾ, ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਸਿੱਖ ਅੱਜ ਦਾ। ਗੁਰੂ ਜੀ ਕਹਿੰਦੇ ਇੱਕ ਤੋਂ ਬਿਨਾਂ ਦੂਜੇ ਦਾ ਖਿਆਲ ਵੀ ਨਾ ਮਨ ਚ ਆਵੇ। ਇੱਕੇ ਦੀ ਟੇਕ ਰੱਖਣੀ ਹੈ ਇੱਕ ਮਾਲਕ ਪਰਮੇਸ਼ਰ ਨੇ। ਤਾਂ ਤੇ ਓਟ ਲਹੋ ਨਾਰਾਇਣ ਹੈ ਦੀਨ ਦੁਨੀਆ ਝੱਲੈ। ਜਿਹਨੇ ਦੀਨ ਦੁਨੀਆ ਨੂੰ ਝੱਲਣਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਲਓ, ਦੂਜੇ ਦਾ ਖਿਆਲ ਨਾ ਮਨ ਵਿੱਚ ਆਵੇ। ਇਹ ਹੈ ਫਿਰ ਗੁਰੂ ਦੀ ਸਿੱਖਿਆ। ਤੇ ਇਸ ਸਿੱਖਿਆ ਨੂੰ ਅਸੀਂ ਮੰਨਦੇ ਹੋਏ ਫਿਰ ਸਾਰੀਆਂ ਮਨ ਮਨੌਤੀਆਂ, ਵਹਿਮ ਭਰਮ ਪਖੰਡ ਛੱਡ ਦਈਏ। ਇੱਕ ਦਾਤੇ ਤੋਂ ਬਿਨਾਂ ਕੋਈ ਕੁਝ ਦੇ ਨਹੀਂ ਸਕਦਾ। ਦੱਦਾ ਦਾਤਾ ਇੱਕ ਹੈ, ਸਭ ਕਉ ਦੇਵਨਹਾਰ। ਦੇਂਦੇ ਟੋਟ ਨਾ ਆਵੈ, ਇਹ ਅਗਣਤ ਭਰੇ ਭੰਡਾਰ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹੀ ਦਾਤਾ ਜੋ ਮਾਤਾ ਕੇ ਉਦਰ ਮੈਂ ਪਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਐ। ਮਨੋ ਕਿਉਂ ਵਸਾਰੀਐ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਤੂੰ ਉਸ ਦਾਤੇ ਨੂੰ ਭੁੱਲ ਗਿਆ ਪਿਆਰਿਆ, ਜਿਹਨੇ ਤੈਨੂੰ ਸਾਜਿਆ ਸਵਾਰਿਆ ਸਗਾਰਿਆ, ਤੇ ਤੂੰ ਆਪਣੀਆਂ ਬਣਤਾਂ ਬਣਾ ਕੇ ਪੂਜਣ ਲੱਗ ਪਿਆ। ਤਾਂ ਤੇ ਆਪਣੀ ਬਣਤ ਬਣਾ ਕੇ ਨਾ ਪੂਜ। ਆਪ ਹੀ ਮੱਟੀ ਬਣਾਈ ਹੈ ਤੈਂ, ਆਪ ਕਬਰ ਬਣਾਈ ਹੈ, ਆਪ ਹੀ ਸਮਾਧ ਬਣਾਈ ਹੈ, ਆਪ ਹੀ ਮੂਰਤੀ ਬਣਾਈ ਹੈ। ਇਹ ਬਣਤਾਂ ਬਣਾ ਕੇ ਨਾ ਪੂਜ, ਉਹਨੂੰ ਪੂਜਿਆ ਕਰ ਜਿਹਨੇ ਤੈਨੂੰ ਬਣਾਇਆ, ਰਚਨਹਾਰ ਨੂੰ। 10ਵੇਂ ਪਾਤਸ਼ਾਹ ਜੀ ਫਿਰ ਵਚਨ ਕਰਦੇ ਆ ਹੀ, ਬਿਨ ਕਰਤਾਰ ਨਾ ਕਿਰਤਮ ਮਾਨੋ। ਕਰਤਾਰ ਤੋਂ ਬਿਨਾਂ ਕੀਤੀ ਹੋਈ ਕਿਸੇ ਸ਼ੈ ਨੂੰ ਨਾ ਮੰਨੋ। ਜੋ ਕਰਨ ਕਾਰਨ ਸਮਰੱਥ ਹੈ ਇੱਕ ਮਾਲਕ ਪਰਮੇਸ਼ਰ, ਕਰਤਾਰ ਨੂੰ ਮੰਨੋ। ਉਸ ਕਰਤਾਰ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਹਾਰ ਨੇ, ਜਲ ਥਲ ਮਹੀ ਅਲ ਸੋਏ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਨਾਸੀ, ਤਿਹ ਪਰਮੇਸ਼ਰ ਜਾਨੋ। ਤਾਂ ਤੇ ਥਾਂ ਥਾਂ ਦੇ ਉੱਤੇ ਉਪਦੇਸ਼ ਹੈ। ਤੇ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ, ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸਹਿ ਧਿਆਈ। ਜਿਹਨੇ ਤੇਰੀ ਬਣਤ ਬਣਾਈ ਹੈ ਉਹਨੂੰ ਯਾਦ ਕਰ, ਤੂੰ ਆਪਣੀਆਂ ਬਣਤਾਂ ਬਣਾ ਕੇ ਪੂਜਦਾ। ਤਾਂ ਤੇ ਆਪਣੀ ਬਣਤ ਨਾ ਬਣਾ, ਆਪਣੀਆਂ ਯਾਨੀ ਕਿ ਮਟੀਆਂ ਕਬਰਾਂ ਬਣਾ ਕੇ ਮੱਥੇ ਨਾ ਟੇਕ। ਉਹਨੂੰ ਯਾਦ ਕਰ ਜਿਹਨੇ ਤੈਨੂੰ ਬਣਾਇਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸੀਗਾਰਿਆ, ਗਰਭ ਅਗਨ ਮੈਂ ਜਿਨਹੇ ਉਵਾਰਿਆ। ਬਾਰ ਵਿਵਸਥਾ ਤੁਝੇ ਪਿਆਰਾ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਬਿਰਦ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠੋ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਇਹਦਾ ਗੁਰਬਾਣੀ ਦੇ ਵਿੱਚ ਕਿੰਨੇ ਹੀ ਪ੍ਰਮਾਣ ਹੈ।
ਤੇ ਅਸੀਂ ਇਹ ਬਾਣੀ ਦੀ ਵਿਚਾਰ ਨੂੰ ਫਿਰ ਬਾਣੀ ਦੀ ਵਿਚਾਰ ਤੋਂ ਸਿੱਖਿਆ ਮਿਲ ਗਈ ਨਾ। ਦੇਖੋ ਸਿੱਖੀ ਕੀ ਹੈ, ਚੱਲੀਏ ਨਾ ਗੱਲ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਦੁਆਰਾ ਜੋ ਸਿੱਖਿਆ ਮਿਲਦੀ ਹੈ ਉਸ ਸਿੱਖਿਆ ਨੂੰ ਸਿੱਖ ਕੇ ਉਹਦੇ ਮੁਤਾਬਕ ਜੀਵਨ ਜਿਉਵੇਂ ਤੇ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਨਦਰ ਮਿਹਰ ਦ੍ਰਿਸ਼ਟੀ ਦੇ ਨਾਲ ਪਾਰ ਉਤਾਰਾ ਹੁੰਦਾ ਹੈ। ਕਿਉਂਕਿ ਨਦਰੀ ਕਰਮ ਲੰਘਾਏ ਪਾਰ। ਤਾਂ ਤੇ ਪਹਿਲੀ ਪੰਕਤੀ 'ਚ ਕਹਿਤਾ, ਜੇ ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜੀਵਨ ਜਿਉਂਦਾ ਹੈ ਫਿਰ ਉਹਦੀ ਬਖਸ਼ਿਸ਼ ਰਾਹੀਂ ਪਾਰ ਹੁੰਦਾ ਹੈ ਨਾ। ਕਿਉਂਕਿ ਉਹਦੀ ਬਖਸ਼ਿਸ਼ ਕੀ ਹੈ? ਉਹਦੇ ਵਚਨ। ਜਿਵੇਂ ਡਾਕਟਰ ਦੀ ਬਖਸ਼ਿਸ਼ ਹੁੰਦੀ ਹੈ ਡਾਕਟਰ ਦੇ ਵਚਨ। ਡਾਕਟਰ ਪਰਹੇਜ਼ ਦੱਸਦਾ ਹੈ, ਡਾਕਟਰ ਦਵਾਈ ਦੱਸਦਾ ਹੈ। ਜਿਹੜਾ ਮਰੀਜ਼ ਪਰਹੇਜ਼ ਰੱਖ ਕੇ ਦਵਾਈ ਖਾਂਦਾ ਡਾਕਟਰ ਦੀ ਕਿਰਪਾ ਨਾਲ ਰਾਜੀ ਹੋ ਜਾਂਦਾ ਹੈ। ਬੋਲੋ ਸਤਨਾਮ। ਪਹਿਲੀ ਗੱਲ, ਜੇ ਮਰੀਜ਼ ਪਰਹੇਜ਼ ਰੱਖ ਕੇ ਦਵਾਈ ਨਹੀਂ ਖਾਂਦਾ ਤਾਂ ਫਿਰ ਡਾਕਟਰ ਦੀ ਕਿਰਪਾ ਨਾਲ ਰਾਜੀ ਨਹੀਂ ਹੋ ਸਕਦਾ। ਤਾਂ ਤੇ ਗੁਰੂ ਦੀ ਨਦਰ, ਗੁਰੂ ਦੀ ਬਖਸ਼ਿਸ਼ ਕੀ ਹੈ? ਗੁਰੂ ਦੇ ਵਚਨ। ਬਸ ਗੁਰੂ ਦੇ ਵਚਨਾਂ ਤੋਂ ਸਿੱਖਿਆ ਲੈ ਕੇ ਜੀਵਨ ਜਿਉਣਾ, ਫਿਰ ਨਦਰੀ ਕਰਮ ਲੰਘਾਏ ਪਾਰ। ਤਾਂ ਤੇ ਏਦਾਂ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਮੰਨੀਏ ਤੇ ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨੂੰ ਨਾ ਮੰਨੋ। ਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਜਾਣੋ। ਦਾਸ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਆਇਆ, ਉਪਦੇਸ਼ ਗੁਰੂ ਦੀ ਬਾਣੀ ਦਾ। ਆਪਾਂ ਤਾਂ ਇਕੱਠੇ ਹੋ ਕੇ ਬਾਣੀ ਦੀ ਵਿਚਾਰ ਕਰ ਰਹੇ ਹਾਂ। ਇਹ ਤੁਹਾਨੂੰ ਬਾਣੀ ਦੀ ਵਿਚਾਰ ਦੱਸੀ ਹੈ ਮੈਂ ਤਾਂ ਤੇ ਇਦਾਂ ਅਸੀਂ ਬਾਣੀ ਦੀ ਵਿਚਾਰ ਨੂੰ ਮੰਨਦੇ ਹੋਏ ਤੇ ਫਿਰ ਸਾਰੀਆਂ ਜਿੰਨੀਆਂ ਮਨ ਮਨੌਤੀਆਂ ਇਹ ਸਾਰੀਆਂ ਛੱਡ ਦਿਓ। ਵਿਸਥਾਰ ਪਹਿਲਾਂ ਜਦੋਂ ਪਹਿਲਾਂ ਦੀਵਾਨ ਲੱਗੇ ਸੀ ਤੇ ਹੋ ਗਿਆ। ਤਾਂ ਤੇ ਬਾਣੀ ਦੀ ਗੱਲ ਨੂੰ ਮੰਨ ਲਈਏ। ਕਿਤੇ ਉਹ ਨਾ ਹੋਵੇ ਜਿਵੇਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਘਰ ਮੈਂ ਠਾਕੁਰ ਨਦਰ ਨਾ ਆਵੈ, ਗਲ ਮੈਂ ਪਾਹਣ ਲੈ ਲਟਕਾਵੈ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ ਰਹਾਓ, ਜਿਸ ਪਾਹਨ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ, ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ, ਗੁਰਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਬਾਣੀ ਦੇ ਵਿੱਚ ਕਿ ਤੈਨੂੰ ਸਰੀਰ ਰੂਪੀ ਘਰ ਦੇ ਵਿੱਚ ਤਾਂ ਪਰਮੇਸ਼ਰ ਸੁਰਤ ਦੀ ਅੱਖ ਨਾਲ ਨਜ਼ਰ ਨਹੀਂ ਆਇਆ। ਤੂੰ ਆਪਣੇ ਅੰਦਰੋਂ ਆਪਣੇ ਮਾਲਕ ਨੂੰ ਨਹੀਂ ਜਾਣਿਆ। ਕਿਉਂ? ਜੁੜਿਆ ਨਹੀਂ ਗੁਰ ਸ਼ਬਦ ਨਾਲ, ਜੁੜਿਆ ਨਹੀਂ ਬਾਣੀ ਦੇ ਨਾਲ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਤੂੰ ਪੱਥਰਾਂ ਨੂੰ ਠਾਕੁਰ ਬਣਾ ਲਿਆ। ਗਲ ਮੈਂ ਪਾਹਣ ਲੈ ਲਟਕਾਵੇ, ਤਾਂ ਤੇ ਤੂੰ ਗਲ ਦੇ ਵਿੱਚ ਪੱਥਰ ਲਮਕਾਈ ਫਿਰਦਾ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਵਾਚੀ ਕਾਹੂ ਲਖਿਓ ਹਰ ਵਾਚੀ ਦਸਾ, ਮੈਂ ਕਾਹੂ ਪਿਛਾ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਣ ਧਾਇਓ, ਪੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਲਝ ਗਈ ਦੁਨੀਆ। ਤਾਂ ਤੇ ਘਰ ਮੈਂ ਠਾਕਰ ਨਦਰ ਨਾ ਆਵੇ, ਗਲ ਮਹਿ ਪਾਹਣ ਲੈ ਲਟਕਾਵੇ, ਭਰਮੇ ਭੂਲਾ ਸਾਕਤ ਫਿਰਤਾ। ਸਾਕਤ ਕੌਣ ਹੁੰਦਾ ਹੈ? ਗੁਰੂ ਦੀ ਸਿੱਖਿਆ ਨਾਲੋਂ ਟੁੱਟਿਆ ਹੋਇਆ ਮਨੁੱਖ। ਗੁਰ ਪਰਮੇਸ਼ਰ ਨਾਲੋਂ ਟੁੱਟ ਕੇ ਭਰਮਾਂ ਦੇ ਵਿੱਚ ਭਟਕਦਾ ਫਿਰਦਾ ਹੈ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਪਾਣੀ ਰੜਕ ਰਿਹਾ। ਪਾਣੀ ਵਿੱਚ ਮਧਾਣੀ ਪਾਈ ਹੋਈ ਹੈ ਤੇ ਪਾਣੀ ਵਿੱਚ ਮਧਾਣੀ ਪਾਏ ਤੋਂ ਕੀ ਮਿਲੂ? ਗੁਰੂ ਦੀ ਮੱਤ ਤੋਂ ਬਿਨਾਂ ਚੇਲੇ ਚਾਟੜਿਆਂ ਦੇ ਮਗਰ, ਪਖੰਡੀ ਸਾਧਾਂ ਤਵੀਤਾਂ ਧਾਗੇ ਕਰਨ ਵਾਲਿਆਂ ਦੇ ਮਗਰ ਲੱਗਣਾ, ਇਹ ਤਾਂ ਸਮਝ ਲਓ ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ। ਪਾਣੀ ਨੂੰ ਰੜਕ ਕੇ ਕੁਝ ਨਹੀਂ ਮਿਲਣਾ। ਕਰਮ ਕਾਂਡ ਨੇ ਜਿਹੜੇ ਪਾਣੀ 'ਚ ਮਧਾਣੀ ਹੈ। ਕਹਿੰਦੇ ਨੀਰ ਬਰੋਲੇ ਖਪ ਖਪ ਮਰਤਾ, ਪਾਣੀ ਨੂੰ ਰਿੜਕਦਾ ਤੇ ਖਪ ਖਪ ਕੇ ਮਰਦਾ ਹੀ ਹੈ ਨਾ। ਜਿੰਨਾ ਮਰਜ਼ੀ ਜ਼ੋਰ ਰੱਖ ਕੇ ਰਿੜਕੀ ਜਾਵੇ ਪਾਣੀ ਨੂੰ, ਮਿਹਨਤ ਤਾਂ ਬਹੁਤ ਹੋਊਗੀ ਪਰ ਮਿਲਣਾ ਕੁਝ ਨਹੀਂ। ਇੱਕ ਦੁੱਧ ਨੂੰ ਰਿੜਕਦਾ ਪ੍ਰਾਪਤੀ ਹੋ ਜਾਂਦੀ ਹੈ ਤੱਤ ਦੀ, ਇੱਕ ਪਾਣੀ ਰਿੜਕਦਾ। ਮਿਹਨਤ ਦੋਨਾਂ ਦੀ ਇੱਕੋ ਜਿਹੀ ਹੈ, ਪਰ ਪਾਣੀ ਨੂੰ ਰਿੜਕਣ ਵਾਲਾ ਖਪ ਖਪ ਕੇ ਮਰ ਜਾਣਾ ਹੈ, ਮਿਲਣਾ ਕੁਝ ਨਹੀਂ। ਦੇਖੋ ਗੁਰੂ ਦੀ ਬਾਣੀ, ਨੀਰ ਬਰੋਲੇ ਖਪ ਖਪ ਮਰਤਾ ਰਹਾਓ, ਜਿਸ ਪਾਹਣ ਕੋ ਠਾਕਰ ਕਹਿਤਾ, ਜਿਹੜੇ ਪੱਥਰ ਨੂੰ ਠਾਕਰ ਮੰਨੀ ਬੈਠਾ ਹੈ, ਪਰਮੇਸ਼ਰ ਮੰਨੀ ਬੈਠਾ ਹੈ, ਉਹ ਪਾਹਣ ਲੈ ਉਸ ਕੋ ਡੁਬਤਾ, ਉਹ ਪੱਥਰ ਨੂੰ ਲੈ ਕੇ ਡੁੱਬ ਜਾਂਦਾ ਹੈ। ਗੁਨਾਹਗਾਰ ਫਿਰ ਨਾਲੇ ਗੁਨਾਹਗਾਰ ਬਣਦਾ। ਕਿਉਂ ਗੁਨਾਹਗਾਰ? ਕਿਉਂਕਿ ਆਪਣੇ ਰਚਨਹਾਰ ਨੂੰ ਤਾਂ ਯਾਦ ਨਹੀਂ ਕਰਦਾ, ਇਹ ਗੁਨਾਹਗਾਰ ਹੀ ਹੈ। ਆਪਣੀਆਂ ਬਣਤਾਂ ਬਣਾ ਕੇ ਪੱਥਰਾਂ ਦੀਆਂ ਮੂਰਤੀਆਂ, ਪੱਥਰਾਂ ਦੀਆਂ ਕਬਰਾਂ, ਇੱਟਾਂ ਨੂੰ ਪੂਜਦਾ ਹੈ, ਗੁਨਾਹਗਾਰ ਹੈ। ਜਿਸ ਨੇ ਤੈਨੂੰ ਸਾਜਿਆ ਉਹਨੂੰ ਯਾਦ ਨਾ ਕੀਤਾ ਪਿਆਰਿਆ, ਤੂੰ ਆਪਣੀਆਂ ਬਣਤਾਂ ਬਣਾਉਣਾ ਇਹ ਗੁਨਾਹ ਹੈ ਨਾ। ਤਾਂ ਤੇ ਫਿਰ ਤੂੰ ਗੁਨਾਹਗਾਰ ਹੋ ਗਿਆ, ਅਪਰਾਧੀ ਹੋ ਗਿਆ। ਲੂਣ ਹਰਾਮੀ, ਲੂਣ ਹਰ ਭਾਵ ਕੇ ਦੇਣ ਵਾਲਾ ਇੱਕ ਦਾਤਾ ਹੈ, ਜਿਸ ਦਾ ਦਿੱਤਾ ਸਭ ਕੁਝ ਛਕ ਰਹੇ, ਜਿਸ ਨੇ ਤੈਨੂੰ ਪਾਲਿਆ, ਸਾਜਿਆ, ਸਵਾਰਿਆ, ਸਗਾਰਿਆ, ਉਹ ਦੇਣ ਵਾਲੇ ਦਾਤੇ ਨੂੰ ਭੁੱਲ ਕੇ ਤੂੰ ਇੱਥੇ ਹੋਰ ਮੰਨਤਾਂ ਕਰਦਾ, ਫਿਰ ਲੂਣ ਹਰਾਮੀ ਹੈ ਨਾ। ਦੇਖੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਲੇ ਤਾਂ ਗੁਨਾਹਗਾਰ ਬਣੇਗਾ, ਫਿਰ ਨਾਲੇ ਤੂੰ ਲੂਣ ਹਰਾਮੀ ਬਣਦਾ ਹੈ।
क्योंकि उस दाते नूं तू याद नहीं करता जिस मालक ने जेड़ा माता दे पेट विच। ਤਾਂ ਤੇ ਹੁਣ ਗੁਰੂ ਜੀ ਵਾਰ-ਵਾਰ ਕਹਿ ਰਹੇ ਨੇ, ਫੇਰ ਤਾਂ ਪਿਆਰਿਆ ਤੂੰ ਗੁਨਾਹਗਾਰ, ਅਪਰਾਧੀ, ਲੂਣ ਹਰਾਮੀ, ਕਿਉਂਕਿ ਹਰਾਮ ਕਰ ਰਿਹਾ ਹੈ ਤੂੰ ਦਾਤੇ ਦਾ ਦਿੱਤਾ, ਦੇਂਦਾ ਤੇ ਲੈਂਦੇ ਥਕ ਪਾਹੇ ਉਹਨੂੰ ਭੁੱਲ ਗਿਆ, ਜੁਗਾਂ ਜੁਗੰਤਰ ਖਾਹੀ ਖਾਹੇ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਦੇਖੋ ਗੁਰੂ ਜੀ ਕਹਿੰਦੇ ਪੱਥਰ ਪੂਜ ਕੇ ਤਾਂ ਕਿੱਥੇ ਪਾਰ ਹੋ ਜਾਏਗਾ, ਪੱਥਰ ਦੀ ਤਾਂ ਬੇੜੀ ਵੀ ਨਹੀਂ ਪਾਰ ਲਾਉਂਦੀ, ਪੱਥਰ ਦੀ ਤਾਂ ਬੇੜੀ ਵੀ ਨਹੀਂ ਬਣਦੀ। ਬਈ ਪਿਆ ਕਹਿੰਦੇ ਪਾਹਣ ਨਾ ਪੱਥਰ ਦੀ ਬੇੜੀ, ਪੱਥਰ ਦੀ ਤਾਂ ਬੇੜੀ ਵੀ ਨਹੀਂ ਬਣਦੀ, ਪੱਥਰ ਦੀ ਤਾਂ ਬੇੜੀ ਵੀ ਨਹੀਂ ਬਣਦੀ, ਪੱਥਰ ਦੀ ਤਾਂ ਬੇੜੀ ਵੀ ਨਹੀਂ ਪਾਰ ਲਾਉਂਦੀ, ਪੱਥਰ ਨੇ ਤਾਂ ਕੀ ਪਾਰ ਲਾਉਣਾ। ਤਾਂ ਤੇ ਪਾਹਣ ਨਾਵ ਨਾ ਪਾਰ ਗਰਾਮੀ, ਗੁਰਮਿਲ ਨਾਨਕ ਠਾਕਰ ਜਾਤਾ। ਤਾਂ ਤੇ ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਹੈ, ਗੁਰੂ ਨੂੰ ਮਿਲ ਕੇ ਹੀ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ। ਗੁਰਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਫਿਰ ਪਤਾ ਲੱਗਦਾ ਵੀ ਜਲ ਥਲ ਮਹੀਅਲ ਆਕਾਸ਼ ਸਾਰੇ ਜੋ ਪਰਿਪੂਰਨ ਹੈ, ਜਲ ਥਲ ਮਹੀਅਲ ਪੂਰਨ ਵਿਧਾਤਾ, ਜੋ ਸਾਰਿਆਂ ਦਾ ਦਾਤਾ ਪਾਲਣਹਾਰ ਹੈ। ਤਾਂ ਕਿ ਉਸ ਮਾਲਕ ਪਰਮੇਸ਼ਰ ਦੇ ਨਾਲ ਜੁੜਨਾ ਹੈ, ਗੁਰੂ ਦੀ ਬਾਣੀ ਦੀ ਵਿਚਾਰ ਨੂੰ ਸਮਝਣਾ ਹੈ। ਤਾਂ ਕਿ ਇੱਥੋਂ ਤੱਕ ਵਿਚਾਰ ਮੈਂ ਸਬਜੈਕਟ ਨੂੰ ਇੱਥੇ ਹੀ। ਉਹ ਜਿਹੜਾ ਪੁਜਾਰੀ ਬਣਿਆ ਬੈਠਾ ਹੁੰਦਾ ਉੱਥੇ, ਉਹ ਸਾਰਾ ਕੁਝ ਉਹਦੇ ਨਾਂ ਤੇ ਖਾ ਜਾਂਦਾ ਹੈ। ਬਸ ਉਹ ਤਾਂ ਲੋਕਾਂ ਦੇ ਸਾਹਮਣੇ ਮਾੜਾ ਜਾਣੀ ਕਿ ਉਹਦੇ ਮੂੰਹ ਦੇ ਉੱਤੇ ਲਾ ਦਿੰਦੇ ਆ ਮੂਰਤੀ ਦੇ, ਤੇ ਮਗਰੋਂ ਤੋਂ ਚਲਿਆ ਜਾਂਦਾ ਹੈ। ਮੁੜ ਕੇ ਫਿਰ ਕਹਿੰਦੇ ਪੁਜਾਰੀ ਲੋਕ ਬੋਚ ਕੇ ਜੇ ਮੂਰਤੀ ਦੇ ਮੂੰਹ ਤੇ ਸਵਾਹ ਮਾਲ ਦਿੰਦੇ ਆ ਤਾਂ ਕਿ ਕੀੜੀਆਂ ਨਾ ਚੜ੍ਹਨ। ਬੋਲੋ ਸਤਿਨਾਮ। ਉਹ ਤਾਂ ਕਰਮ ਕਾਂਡ ਹੈ ਨਾ, ਭੋਗਣਹਾਰੇ ਭੋਗਿਆ, ਖਾਣ ਵਾਲੇ ਨੇ ਖਾਧਾ ਹੈ। ਇਸ ਮੂਰਤ ਕੇ ਮੁੱਖ ਛਾਰੇ ਦੀ ਮੂਰਤੀ ਦੇ ਮੁੱਖ ਦੇ ਤਾਂ ਸਵਾਹ ਵੀ ਮਾਲ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ, ਬੋਚ ਕੇ ਜੇ ਕਰ ਦਿੰਦੇ ਨੇ ਕੰਮ ਇਹ। ਤਾਂ ਤੇ ਸੋਚ ਜਰਾ ਆਪਣੇ ਮਾਲਕ ਨੂੰ ਪੂਜ, ਇੱਕੋ ਹੀ ਧਰਮ ਹੈ ਇਹ, ਜਿਹੜਾ ਇੱਕੋ ਧਰਮ ਦ੍ਰਿੜ ਹੈ ਸੱਚ ਕੋਈ, ਇੱਕੋ ਹੀ ਧਰਮ ਹੈ ਭਾਈ ਜਿਹੜਾ ਸੱਚ ਨੂੰ ਦ੍ਰਿੜ ਕਰ ਲਵੇ। ਸੱਚ ਕੀ ਹੈ? ਪਰਮੇਸ਼ਰ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕੋ ਹੀ ਹੈ ਮਾਲਕ ਪਰਮੇਸ਼ਰ ਜੋ ਸੱਚ ਹੈ, ਤੂੰ ਇਹ ਦ੍ਰਿੜ ਕਰ ਲਾ। ਬਾਕੀ ਸਭ ਕੁਝ ਝੂਠ ਹੈ। ਝੂਠ ਦਾ ਭਾਵ ਕੀ ਹੁੰਦਾ? ਕੁਝ ਸਮੇਂ ਵਾਸਤੇ ਹੈ, ਬਾਕੀ ਸਾਰਾ ਕੁਝ ਫਾਰ ਦਾ ਟਾਈਮ ਬੀਇੰਗ ਹੈ। ਇੱਕ ਓਅੰਕਾਰ, ਇੱਕ ਅਕਾਲ ਪੁਰਖ, ਇੱਕ ਰਸ ਵਿਆਪਕ ਹੈ। ਸਤਨਾਮ ਉਹੀ ਸਦੀਵੀ ਹੋਂਦ ਹੈ, ਜੋ ਇੱਕ ਮਾਲਕ ਜੋ ਸਾਰੇ ਵਿਆਪਕ ਹੈ। ਸਤਨਾਮ ਦਾ ਅਰਥ ਹੁੰਦਾ ਉਹ ਸਦਾ ਰਹਿਣ ਵਾਲਾ, ਸਦੀਵੀ ਹਸਤੀ। ਇੱਕ ਮਾਲਕ ਹੈ ਜੋ ਸਦੀਵੀ ਹੋਂਦ ਹੈ, ਸਦੀਵੀ ਹਸਤੀ ਹੈ। ਬਾਕੀ ਸਾਰਾ ਕੁਝ ਸਮੇਂ ਵਾਸਤੇ ਹੈ, ਸਮੇਂ ਦੀ ਹੱਦ 'ਚ ਹੈ, ਕਾਲ ਦੇ ਚੱਕਰ 'ਚ ਹੈ। ਬਾਕੀ ਸਭ ਕੁਝ ਕੀ ਬ੍ਰਹਮਾ ਕੀ ਵਿਸ਼ਨੂੰ ਕੀ ਮੈਂ ਸਭ ਕੁਝ। 10ਵੇਂ ਪਾਤਸ਼ਾਹ ਜੀ ਕਹਿੰਦੇ ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ शिवजू अवतरा, काल पाए कर बिसन प्रकाशा, सकल काल का किया तमाशा। कहते सारी समय का तमाशा, समय की खेड है कि ब्रह्मा की विष्णु की में सब वो कीते हुए है। ये समय की हद विच है, इन्हां दा भी काल है, ये भी मर जाते हैं। इक्को ही परमेश्वर है जो कि सतनाम सदीवी होंदा है, इक्को एक। ते तू उसे नाल जुड़, फिर ना हो मरै ना होवे सोग, देंदा रहे ना चूकै भोग। फिर दूसरे का क्यों ख्याल करदा? तां ते एक ओंकार सतनाम करता पुरख, परमेश्वरी सारिਆਂ ਦਾ रचनहार है। देखो रचना ਦੇ ਵਿੱਚ ਹੀ ਉਹ ਵਿਆਪਕ ਹੈ। ਕਰਤਾ ਪੁਰਖ ਨਿਰਭਉ, ਭੈ ਤੋਂ ਰਹਿਤ, ਨਿਰਵੈਰ ਬੈਰ ਤੋਂ ਰਹਿਤ, ਅਕਾਲ ਮੂਰਤ, ਸਮੇਂ ਤੋਂ ਪਾਰ ਹਸਤੀ। ਉਹ ਜੋ ਵਾਹਿਗੁਰੂ ਜੀ ਸਮੇਂ ਤੋਂ ਪਾਰ ਹਸਤੀ ਹੈ। ਮੂਰਤ ਦਾ ਭਾਵ ਹੁੰਦਾ ਹਸਤੀ। ਹਸਤੀ ਕਹੋ, ਹੋਂਦ ਕਹੋ, ਵਜੂਦ ਕਹੋ, ਐਗਜ਼ਿਸਟੈਂਸ ਕਹੋ। ਉਹ ਸਮੇਂ ਤੋਂ ਪਾਰ ਇੱਕ ਵਜੂਦ ਹੈ, ਇੱਕ ਹੋਂਦ ਹੈ, ਜੋ ਕਿ ਸਦਾ ਰਹਿੰਦਾ। ਸਮੇਂ ਤੇ ਉਹਦਾ ਕੋਈ ਅਸਰ ਨਹੀਂ। ਤਾਂ ਤੇ ਸਮੇਂ ਦਾ ਉਹਦੇ ਮਾਲਕ ਦੇ ਉੱਤੇ ਕੋਈ ਅਸਰ ਨਹੀਂ, ਉਹ ਆਪ ਸਮੇਂ ਦਾ ਮਾਲਕ ਹੈ। ਜਿਸ ਕਰਕੇ ਉਹ ਸਮੇਂ ਦੀ ਹੱਦ ਤੋਂ ਪਾਰ ਹੈ। ਅਕਾਲ, ਕਾਲ ਅਤੀਤ ਕਹੋ, ਸਮੇਂ ਤੋਂ ਪਾਰ ਹਸਤੀ ਕਹੋ, ਬਿਯੋਂਡ ਟਾਈਮ ਕਹੋ। ਤਾਂ ਤੇ ਅਕਾਲ ਮੂਰਤ, ਅਜੂਨੀ, ਉਹ ਮਾਤਾ ਪਿਤਾ ਤੋਂ ਪੈਦਾ ਨਹੀਂ ਹੋਇਆ। ਉਹ ਵਾਹਿਗੁਰੂ ਦਾ ਮਾਤਾ ਪਿਤਾ ਕੋਈ ਨਹੀਂ, ਮੇਲ ਫਮੇਲ ਦੇ ਮਿਲਾਪ ਤੋਂ ਨਹੀਂ ਪੈਦਾ ਹੋਇਆ। ਉਹ ਅਜੂਨੀ ਦਾ ਅਰਥ ਇਹ ਹੁੰਦਾ ਜੂਨਾਂ ਤੋਂ ਰਹਿਤ ਦਾ ਭਾਵ। ਕਿ ਬਹੁਤੇ ਭੁਲੇਖਾ ਖਾ ਜਾਂਦੇ ਨੇ, ਇੱਥੇ ਤਾਂ ਸਾਰੀਆਂ ਜੂਨਾਂ 'ਚ ਹੈ, ਪਰ ਉਹ ਆਪ ਕਿਸੇ ਜੂਨ ਤੋਂ ਪੈਦਾ ਨਹੀਂ ਹੋਇਆ। ਆਪਣਾ ਜੀਵਨ ਉਹਦੇ ਸਹਾਰੇ ਹੈ, ਉਹ ਨਹੀਂ ਕਿਤੋਂ ਪੈਦਾ ਹੋਇਆ। ਉਹ ਤਾਂ ਆਪਣੇ ਆਪ ਤੋਂ ਆਜ਼ਾਦ ਹਸਤੀ ਹੈ।
ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਜੂਨੀ ਭਾਵ ਉਹਦਾ ਮਾਤਾ ਪਿਤਾ ਕੋਈ ਨਹੀਂ, ਉਹ ਮੇਲ ਫਮੇਲ ਤੋਂ ਪੈਦਾ ਨਹੀਂ ਹੋਇਆ। ਉਹ ਫਿਰ ਕਿੱਦਾਂ ਹੋਇਆ? ਅਗਲੇ ਬਚਨ ਚ ਕਲੀਅਰ ਕਰਤਾ ਗੁਰੂ ਜੀ ਨੇ, ਸਹਿ ਭੰਗ ਉਸ ਤੇ ਪ੍ਰਕਾਸ਼ ਹੈ, ਉਹ ਆਪਣੇ ਆਪ ਤੋਂ ਹੈ, ਆਜ਼ਾਦ ਹਸਤੀ ਹੈ। ਤਾਂ ਤੇ ਐਸਾ ਮਾਲਕ ਪਰਮੇਸ਼ਰ ਕਿਵੇਂ ਮਿਲਦਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਗੁਰੂ ਦੀ ਕਿਰਪਾ ਦੁਆਰਾ ਮਿਲਣ ਦਾ ਭਾਵ ਕੀ ਹੁੰਦਾ? ਕਿਉਂਕਿ ਮਨੁੱਖੀ ਭਾਸ਼ਾ ਵਿੱਚ ਕੋਈ ਗੱਲ ਕਹਿੰਦੇ ਜਦੋਂ ਗੁਰੂ ਜੀ ਦਾ ਭਾਵ ਹੁੰਦਾ, ਕਿਰਪਾ ਦਾ ਭਾਵ ਆ ਇੰਨਾ ਸਮਝ ਲਿਓ ਵੀ ਜਾਨੀ ਕਿ ਕੁਝ ਕਰਨਾ ਨਹੀਂ ਪੈਂਦਾ। ਗੁਰੂ ਦੀ ਕਿਰਪਾ ਨਾਲ ਇਉਂ ਮਿਲਦਾ ਜਿਵੇਂ ਡਾਕਟਰ ਦੀ ਕਿਰਪਾ ਦੇ ਨਾਲ ਤੰਦਰੁਸਤੀ ਮਿਲਦੀ ਹੈ। ਤੰਦਰੁਸਤੀ ਤਾਂ ਆਪਣੇ ਅੰਦਰੋਂ ਹੀ ਮਿਲਦੀ ਹੈ ਨਾ। ਮਿਲਦੀ ਕਿਹਨੂੰ ਹੈ? ਜਿਹੜਾ ਡਾਕਟਰ ਦਾ ਬਚਨ ਧਿਆਨ ਨਾਲ ਸੁਣਦਾ ਹੈ, ਫਿਰ ਡਾਕਟਰ ਦੇ ਬਚਨ ਮੁਤਾਬਕ ਪਰਹੇਜ਼ ਰੱਖਦਾ, ਦਵਾਈ ਖਾਂਦਾ। ਇੱਦਾਂ ਗੁਰੂ ਦੀ ਕਿਰਪਾ ਨਾਲ ਮਿਲਣ ਦਾ ਭਾਵ ਫਿਰ ਕੀ ਹੋ ਗਿਆ? ਜੋ ਗੁਰੂ ਜੀ ਬਚਨ ਕਰਦੇ ਨੇ, ਜੋ ਗੁਰੂ ਦੀ ਬਾਣੀ ਹੈ, ਇਹ ਗੁਰੂ ਦਾ ਪ੍ਰਸਾਦ ਹੈ, ਗੁਰੂ ਦੀ ਕਿਰਪਾ ਹੈ। ਜਿਹੜਾ ਗੁਰਬਾਣੀ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਗੁਰੂ ਦੀ ਬਾਣੀ ਮੁਤਾਬਕ, ਜਿਹੜਾ ਮਰੀਜ਼ ਡਾਕਟਰ ਮੁਤਾਬਕ ਚੱਲਦਾ ਉਹਨੂੰ ਤੰਦਰੁਸਤੀ ਮਿਲਦੀ ਹੈ ਨਾ, ਤੇ ਜਿਹੜਾ ਸਿੱਖ ਗੁਰੂ ਮੁਤਾਬਕ ਚੱਲਦਾ ਉਹਨੂੰ ਪਰਮੇਸ਼ਰ ਮਿਲਦਾ ਹੈ। ਬੋਲੋ ਸਤਿਨਾਮ। ਇਹ ਹੈ ਗੁਰ ਪ੍ਰਸਾਦ ਦਾ ਭਾਵ, ਗੁਰੂ ਦੇ ਵਚਨ। ਤਾਂ ਤੇ ਅਸੀਂ ਇਹਨਾਂ ਨੂੰ ਵਿਚਾਰੀਏ, ਇਹਨਾਂ ਦੇ ਮੁਤਾਬਕ ਚੱਲੀਏ। ਤਾਂ ਤੇ ਇੱਦਾਂ ਜਾਨੀ ਕਿ ਸਾਨੂੰ ਗੁਰੂ ਜੀ ਨੇ ਬਾਣੀ ਦੇ ਵਿੱਚ ਇਹ ਸਮਝਾਇਆ। ਤੇ ਕਿਤੇ ਇਹ ਨਾ ਹੋਵੇ ਆਪਣਾ ਜੀਵਨ ਅਸੀਂ ਕਰਮ ਕਾਂਡਾਂ ਦੇ ਵਿੱਚ ਕਿਤੇ ਤੁਰ ਜਾਈਏ ਬਰਬਾਦ ਕਰਕੇ। ਕਿਉਂਕਿ ਬਹੁਤ ਦੁਨੀਆ ਨੂੰ ਧਰਮ ਦਾ ਨਹੀਂ ਪਤਾ ਲੱਗਦਾ ਵੀ ਧਰਮ ਕੀ ਹੈ। ਕਰਮ ਕਾਂਡਾਂ ਨੂੰ ਲੋਕੀ ਧਰਮ ਮੰਨ ਲੈਂਦੇ ਆ। ਲੋਕ ਆਮ ਦੁਨੀਆ ਦੇਖਦੇ ਆ, ਜੰਡਾਂ ਨੂੰ ਮੱਥਾ ਟੇਕਣ ਨੂੰ ਲੋਕਾਂ ਨੇ ਧਰਮ ਮੰਨ ਲਿਆ। ਭਲੇ ਉਹ ਜੰਡਾਂ ਨੂੰ ਮੱਥਾ ਟੇਕਣਾ ਧਰਮ ਹੈ? ਕੋਈ ਜੰਡ 'ਚ ਕੋਈ ਬਾਬਾ ਰਹਿੰਦਾ ਨਾ? ਜੰਡ 'ਚ ਕਿਤੇ ਨਹੀਂ ਲਿਖਿਆ ਹੋਇਆ। ਦੇਖੋ ਪਤਾ ਨਹੀਂ ਕਿੱਥੋਂ ਇਹ ਪਖੰਡ ਪ੍ਰਚਲਿਤ ਹੋ ਗਏ। ਕਿਸੇ ਧਰਮ ਗ੍ਰੰਥ ਦਾ ਹਵਾਲਾ ਦਿਓ ਵੀ ਕਿੱਥੇ ਲਿਖਿਆ ਜੰਡ 'ਚ ਬਾਬਾ। ਨਾ ਗੀਤਾ 'ਚ ਲਿਖਿਆ, ਨਾ ਕੁਰਾਨ ਸ਼ਰੀਫ 'ਚ ਲਿਖਿਆ, ਨਾ ਬਾਈਬਲ 'ਚ ਲਿਖਿਆ, ਨਾ ਗੁਰੂ ਦੀ ਬਾਣੀ 'ਚ, ਕਿੱਥੇ ਨਹੀਂ ਲਿਖਿਆ। ਖੈਰ ਇਹ ਹੁੰਦਾ ਵੀ ਕਰਮ ਕਾਂਡ ਹੀ ਹੈ। ਐਵੇਂ ਲੋਕ ਜੰਡ ਪੂਜਦੀ ਫਿਰਦੀ ਹੈ, ਮਾਈਆਂ ਖਾਸ ਕਰਕੇ ਗੱਲ ਕਰਨਾ। ਨਾਲੇ ਭਾਵਨਾ ਹੈ ਨਹੀਂ ਵੀ ਜੰਡ 'ਚ ਬਾਬਾ ਰਹਿੰਦਾ, ਭਾਵਨਾ ਹੈ ਨਹੀਂ। ਜੇ ਭਾਵਨਾ ਹੁੰਦੀ ਇਹ ਤੇ ਫਿਰ ਪੋਹ ਮਾਘ ਦੇ ਵਿੱਚ ਜੰਡ ਨੂੰ ਰਜਾਈਆਂ ਵੀ ਦਿੱਤੀਆਂ ਹੁੰਦੀਆਂ ਵੀ ਕਿਤੇ ਠੰਡ ਦੇ ਵਿੱਚ ਜੰਡ ਵਾਲਾ ਬਾਬਾ ਮਰ ਨਾ ਜਾਵੇ। ਵੀ ਜੇ ਭਾਵਨਾ ਹੋਵੇ ਨਾ ਫਿਰ ਹੀ ਹੈ ਨਾ। ਫਿਰ ਜੇਠ ਹਾੜ ਕੂਲਰ ਵੀ ਲਾਉਣੇ ਸੀ ਜੰਡਾਂ ਨੂੰ, ਹੋਰ ਹੁਣ ਬਾਬੇ ਨੂੰ ਗਰਮੀ ਨਾ ਲੱਗ ਜੇ। ਨਾਲੇ ਭਾਵਨਾ ਹੈ ਨਹੀਂ। ਤੇ ਜੇ ਭਾਵਨਾ ਹੈ ਵੀ ਜੰਡ 'ਚ ਬਾਬਾ ਰਹਿੰਦਾ ਤੇ ਫਿਰ ਆ ਸਾਡੀਆਂ ਮਾਈਆਂ ਦੇਖਿਆ ਕਈ ਮੈਂ ਜੰਡ ਦੇ ਥੱਲੇ ਨਾ ਗੋਹੇ ਤੇ ਰੱਖ ਦਿੰਦੀਆਂ 4 ਕੁ ਚੌਲ। ਮੈਂ ਹੱਸਦਾ ਹੁੰਦਾ ਵੀ ਦੇਖ ਲਓ ਬਾਬੇ ਨੂੰ ਫੁੱਲ ਪਲੇਟ ਲਾਈ, ਗੋਹੇ ਤੇ ਰੱਖ ਕੇ ਖਾਂਦਾ ਕੋਈ ਨਾ? ਗੋਹਾ ਬਾਬੇ ਦੀ ਫੁੱਲ ਪਲੇਟ ਹੈ। ਇਹ ਚੰਗੀ ਸੇਵਾ ਜੰਡ ਵਾਲੇ ਬਾਬੇ ਦੀ। ਗੋਹੇ ਤੇ 4 ਕੁ ਚੌਲ ਰੱਖਤੇ ਵੀ ਗੋਹੇ ਤੇ ਰੱਖ ਕੇ ਕੋਈ ਖਾਂਦਾ ਦੇਖਿਆ ਜਿੱਦਾਂ ਹੀ? ਇਹਦਾ ਮਤਲਬ ਹੈ ਭਾਵ ਕਹਿਣ ਦਾ ਭਾਵ ਕਰਮ ਕਾਂਡ ਹੈ ਨਾ, ਦੁਨੀਆ ਕਰੀ ਜਾਂ ਸੋਚਿਆ ਨਹੀਂ ਕਦੇ ਸੁਰਤ ਨਾ। ਜਦੋਂ ਗੋਹੇ ਤੇ 4 ਚੌਲ ਰੱਖੇ ਤਾਂ ਸੋਚਿਆ ਵੀ ਇਹ ਕੀ ਫੁੱਲ ਪਲੇਟ ਹੈ ਕੋਈ ਇਹ ਬਾਬੇ ਦੀ? ਤਾਂ ਤੇ ਇਦਾਂ ਜਾਨੀ ਕਿ ਕੀ ਹੈ? ਕਰਮ ਕਾਂਡ ਹੋ ਗਿਆ ਨਾ ਫਿਰ ਇਹ ਕੀ ਹੈ? ਕਰਮ ਕਾਂਡ ਹੈ, ਬਕਵਾਸ ਹੈ। ਬਕਵਾਸ ਹੈ ਇਹ। ਐਵੇਂ ਜੰਡਾਂ ਨੂੰ ਤੇਲ ਲਾਈ ਜਾਣਾ, ਐਵੇਂ ਜੰਡਾਂ ਨੂੰ ਖੰਮਣੀਆਂ ਬੰਨੀ ਜਾਣੀਆਂ, ਲਾਲ ਜੇ ਕੱਪੜੇ ਜੇ ਬੰਨ ਤੇ ਆ ਐਵੇਂ ਮਾਈਆਂ ਸਾਡੀਆਂ ਦੁੱਖ ਨਾਲ ਕਹਿਣਾ ਪੈਂਦਾ ਜੰਡ ਨੂੰ ਨਾ ਬੰਨ ਕੇ ਖੰਮਣੀ ਜੀ। ਕਈ ਤਾਂ ਮਾਈਆਂ ਜੰਡ ਨੂੰ ਐਂ ਘੁੱਟੀ ਜਾਂਦੀਆਂ ਹੁੰਦੀਆਂ ਜਿਵੇਂ ਜੰਡ ਨੂੰ ਬੁਖਾਰ ਚੜਿਆ ਹੁੰਦਾ। ਤਾਂ ਦੇਖ ਲਓ ਇਹ ਕੋਈ ਸੇਵਾ? ਇਹ ਕੀ ਹੈ? ਇਹ ਤੁਸੀਂ ਇਹ ਨਾ ਸਮਝਿਓ ਵੀ ਇਹ ਕੋਈ ਨਿੰਦਾ। ਇਹ ਨਿੰਦਾ ਕਾਹਦੀ? ਦੱਸੋ ਮੈਨੂੰ। ਇਹ ਤਾਂ ਪਖੰਡ ਹੈ, ਇਹ ਤਾਂ ਕਰਮ ਕਾਂਡ ਹੈ। ਕੋਈ ਧਰਮ ਹੈ? ਇਹ ਕੋਈ ਧਰਮ ਨਹੀਂ। ਜੰਡ 'ਚ ਕੋਈ ਬਾਬਾ ਨਹੀਂ ਰਹਿੰਦਾ। ਪਖੰਡਵਾਦ ਤਾਂ ਤੇ ਛੱਡ ਦਿਓ। ਇਹ ਕੀ ਹੈ? ਇੱਦਾਂ ਦੁਨੀਆ ਸਾਰੀ ਉਮਰ ਲੰਘ ਜਾਂਦੀ ਹੈ, ਸੱਪਾਂ ਦੀਆਂ ਖੱਡਾ ਪੂਜਦੇ ਲੰਘ ਜਾਂਦੀ ਹੈ। ਗੂਗਾ 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 ਐਵੇਂ ਰੌਲਾ ਪਾ ਛੱਡੇ ਬਿਨਾਂ ਗੱਲ ਤੋਂ। ਤਾਂ ਤੇ ਸੱਪਾਂ ਦੀਆਂ ਖੱਡਾਂ ਪੂਜਣੀਆਂ ਕਾਹਦੀ ਪੂਜਾ? ਇਹ ਪੂਜਾ ਕੋਈ? ਇਹ ਪੂਜਾ ਘਟੀਆ ਪੂਜਾ ਕਿਉਂ? ਕਿਉਂਕਿ ਜਿਹਨੂੰ ਪੂਜਦੇ ਆਪਾਂ ਉਹਦੇ ਦਰਸ਼ਨ ਚਾਹੁੰਦੇ ਆ ਨਾ। ਤੇ ਸਾਡੀਆਂ ਮਾਈਆਂ ਤਾਂ ਜੇ ਕਿਤੇ ਸੱਪਾਂ ਦੀਆਂ ਖੱਡਾਂ ਜਦੋਂ ਜਾਂਦੀਆਂ ਨਾ, ਸੱਪਾਂ ਦੀਆਂ ਬਰਮੀਆਂ ਦੇ ਉੱਤੇ, ਤਾਂ ਘਰੋਂ ਤੁਰਦੀਆਂ ਕਹਿੰਦੀਆਂ ਨੇ ਕਾਲੇ ਮੂੰਹ ਵਾਲਿਆ ਦਿਖਾਈ ਨਾ ਦੇ ਜੀ। ਫਿਰ ਉੱਥੇ ਲੈਣ ਕੀ ਜਾਣਾ? ਦਰਸ਼ਨ ਨਹੀਂ ਕਰਨੇ ਬਾਬੇ ਦੇ। ਫਿਰ ਉੱਥੇ ਕੀ ਲੈਣ ਜਾਣਾ? ਕਿ ਜੇ ਖੱਡ ਵਾਲਾ ਬਾਬਾ ਦਰਸ਼ਨ ਦੇ ਜੇ ਫਿਰ ਥਾਲੀ ਚੱਪਲਾਂ ਸਿੱਟ ਕੇ ਭਜਦੀਆਂ ਕਿ ਹੁਣ ਦਰਸ਼ਨ ਕਰੋ ਨਾ ਬਾਬੇ ਦੇ, ਖੜ ਜਾਓ ਫਿਰ। ਜਾਂ ਤਾਂ ਹੁਣ ਜਾਂ ਦਰਸ਼ਨ ਜੇ ਤਾਂ ਖੱਡ 'ਚ ਤਾਂ ਬਾਬਾ ਜੀ ਬਾਹਰ ਫਿਰਦਾ ਥਿਆ ਜੇ, ਫੇਰ ਕਹਿੰਦੇ ਲਿਆਈ ਉਹ ਡਾਂਗ ਸ਼ੀਦੇ ਨੇ ਸਿਰੀ ਕੁੱਟ ਦਈਏ, ਫੇਰ ਮੱਥਾ ਟੇਕਿਆ ਕਦੇ ਕਿਸੇ ਨੇ? ਤਾਂ ਤੇ ਏਦਾਂ ਜਾਨੀ ਕਿ ਦੁਨੀਆ ਤਾਂ ਤੇ ਐਵੇਂ ਤਾਂ ਤੇ ਕੋਈ ਭਾਈ ਗੂਗਾ ਗਾਗਾ ਕੱਖ ਜੀ ਸਾਰਾ ਪਖੰਡਵਾਦ ਹੈ। ਇਹ ਜਿਹੜਾ ਜੰਡ ਜੁੰਡ ਪੂਜਨੇ ਸਾਰਾ ਪਖੰਡਵਾਦ ਹੈ। ਇਹ ਸਾਰਾ ਕੁਝ ਜਾਨੀ ਕਿ ਜਿੰਨੇ ਕਰਮ ਕਾਂਡ ਨੇ ਇਹ ਛੱਡ ਦਿਓ, ਇਹ ਕੁਝ ਮਿਲਣਾ ਨਹੀਂ।
ਇਹਨੂੰ ਧਰਮ ਮੰਨੀ ਜਾਂਦੇ ਦੁਨੀਆ। ਤੇ ਧਰਮ ਦੇ ਨਾਂ ਤੇ ਪਿੱਛੋਂ ਤੋਂ ਵੀ ਬੜਾ ਕੁਝ ਹੋਇਆ। ਅਸੀਂ ਲੋਕ ਗਲਤ ਰੀਤਾਂ ਨੂੰ ਧਰਮ ਮੰਨ ਲੈਂਦੇ ਹਾਂ। ਗੁਰੂ ਜੀ ਕਹਿੰਦੇ ਜੋ ਕੋਈ ਵੀ ਕੁਝ ਕਹਿੰਦੇ, ਗੁਰਮਤਿ ਕਿੱਥੇ ਖੜੀ ਹੈ? ਵਿਚਾਰ। ਗੁਰੂ ਜੀ ਕਹਿੰਦੇ ਜੇ ਕੋ ਕਹੈ ਕਰੈ ਵਿਚਾਰ। ਜੇ ਕੋਈ ਵੀ ਕੁਝ ਕਹਿੰਦਾ ਹੈ ਨਾ, ਤੁਸੀਂ ਇਦਾਂ ਹੀ ਨਾ ਮੰਨ ਲਓ, ਉਹਦੀ ਵਿਚਾਰ ਕਰੋ ਵੀ ਇਹ ਕੀ ਕਿਹਾ ਜਾ ਰਿਹਾ ਹੈ, ਇਹ ਸੱਚ ਹੈ ਕਿ ਝੂਠ ਹੈ। ਜੇ ਕੋ ਕਹੈ ਕਰੈ ਵਿਚਾਰ। ਜੇ ਕੋਈ ਕਹਿੰਦਾ ਹੈ ਕਿ ਪਹਿਲਾਂ ਕਹਿੰਦੇ ਸੀ ਵੀ ਧਰਤੀ ਜੀ ਬਲਦ ਨੇ ਚੱਕੀ ਹੋਈ ਹੈ, ਗੁਰੂ ਜੀ ਕਹਿੰਦੇ ਵਿਚਾਰ ਕਰੋ ਵੀ ਇੱਕ ਬਲਦ ਕਿੰਨਾ ਧਰਤੀ ਦਾ ਭਾਰ, ਫਿਰ ਬਲਦ ਕਾਹਤੇ ਖੜਾ ਹੋਇਆ, ਫਿਰ ਉਹ ਅੱਗੇ ਕਾਹਤੇ। ਏਦਾਂ ਗੁਰੂ ਜੀ ਨੇ ਵਿਚਾਰ ਰਾਹੀਂ ਕੱਟਿਆ ਨਾ ਇਸ ਗੱਲ ਨੂੰ। ਜੇ ਕੋ ਕਹੈ ਕਰੈ ਵਿਚਾਰ ਤਾਂ ਤੇ ਧਵਲਾ ਉੱਪਰ ਕੀਤਾ ਭਰ ਧਰਤੀ ਹੋਰ ਪਰੈ ਹੋਰ ਤਿਸ ਤੇ ਭਾਰਤ ਲੈ ਕਬਣ ਜੋਰ। ਗੁਰੂ ਜੀ ਕਹਿੰਦੇ ਤੁਸੀਂ ਆਈ ਨਾ ਮੰਨ ਲਿਆ ਕਰੋ, ਜੇ ਕਿਸੇ ਨੇ ਕਹਿੰਦਾ ਧਰਤੀ ਬਲਦ ਤੇ ਖੜੇ ਤੁਸੀਂ ਮਗਰੀ ਮੰਨ ਲਿਆ, ਨਹੀਂ ਵਿਚਾਰ ਕਰੋ ਇਸ ਗੱਲ ਦੀ। ਜਦੋਂ ਵਿਚਾਰ ਕਰੋਗੇ ਗਲਤ ਹੋ ਗਈ ਫਿਰ ਗੱਲ। ਇਹ ਤਾਂ ਦੇਖੋ ਗੁਰੂ ਜੀ ਨੇ ਇਦਾਂ ਕਿਹਾ ਵੀ ਤੈਨੂੰ ਮਤ ਬੁੱਧੀ ਦਿੱਤੀ ਹੈ ਵਾਹਿਗੁਰੂ ਨੇ, ਜੋ ਗੱਲ ਕੋਈ ਕਹੀ ਜਾ ਰਹੀ ਹੈ ਤੂੰ ਉਹਦੀ ਵਿਚਾਰ ਕਰ, ਐਵੇਂ ਨਾ ਮਗਰ ਲੱਗ ਜਾ ਕਰ, ਵਿਚਾਰ ਕਰ। ਹੁਣ ਵਿਚਾਰ ਕਰ ਲਓ, ਇੱਕ ਪੁਆਇੰਟ ਲੈ ਲਿਆ ਆਪਣਾ ਵੀ ਜੋ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਉਹਦੀ ਤੁਸੀਂ ਵਿਚਾਰ ਕਰੋ। ਹੁਣ ਜੰਡ ਦੀ ਵਿਚਾਰ ਕਰੋ ਵੀ ਜੰਡ ਦੀ ਕੀ ਸੇਵਾ ਕਾਹਦੀ ਹੈ, ਵਿਚਾਰ ਕਰੋ। ਇਹਦੀ ਵਿਚਾਰ ਕਰਿਆ ਕਰੋ। ਜਦੋਂ ਕੋਈ ਤੁਹਾਨੂੰ ਕਹਿੰਦਾ ਹੈ, ਬਹੁਤ ਵਾਰ ਪਹਿਲਾਂ ਕਿਹਾ, ਜਦੋਂ ਤੁਹਾਨੂੰ ਕੋਈ ਕਹਿੰਦਾ ਹੈ ਵੀ ਲਾਲਾਂ ਵਾਲਾ ਬੋਕ ਤੇ ਚੜ੍ਹਦਾ ਹੈ, ਉਦੋਂ ਵਿਚਾਰ ਕਰਕੇ ਵੇਖੋ ਵੀ ਬੰਦਾ ਕਦੇ ਬੋਕ ਤੇ ਚੜਿਆ ਦੇਖਿਆ ਨਹੀਂ। ਬੋਲੋ ਸਤਿਨਾਮ। ਤੁਸੀਂ ਅੱਜ ਤਾਈਂ ਕਦੇ ਬੰਦਾ ਬੋਕ ਤੇ ਚੜਿਆ ਦੇਖਿਆ? ਲਓ ਜੀ, ਲਾਲਾਂ ਵਾਲਾ ਮਲੰਗ ਬੋਕ ਤੇ ਚੜ੍ਹਦਾ, ਜਿਹਨੂੰ ਨਾ ਘੋੜਾ ਮਿਲਿਆ, ਨਾ ਘੋੜੀ, ਨਾ ਹਾਥੀ, ਨਾ ਬੱਘੀ, ਰਥ ਕੁਛ ਨਹੀਂ ਮਿਲਿਆ। ਇਹਦਾ ਮਤਲਬ ਫਿਰ ਕੋਈ ਮਲੰਗ ਹੋਊਗਾ ਵੀ ਜਿਹਨੂੰ ਚੱਜ ਦੀ ਸਵਾਰੀ ਮਿਲੀ ਨਹੀਂ, ਬੋਕ ਤੇ ਚੜਿਆ ਫਿਰਿਆ। ਤੁਸੀਂ ਵਿਚਾਰ ਕਿਉਂ ਨਹੀਂ ਕਰਦੇ? ਜਦੋਂ ਕਹਿੰਦੇ ਆ ਕਿ ਬਾਬੇ ਦਾ ਘੋੜਾ, ਵੀ ਬੰਦਾ ਕਦੇ ਚੜਿਆ ਤਾਂ ਦੇਖਿਆ ਨਹੀਂ ਬੋਕ ਤੇ। ਤੁਸੀਂ ਵਿਚਾਰ ਕਿਉਂ? ਤੁਸੀਂ ਮਗਰੀ ਮੰਨ ਲਿਆ ਗੱਲ ਨੂੰ, ਕਿਉਂ ਮੰਨ ਲਿਆ ਬਿਨਾਂ ਵਿਚਾਰ ਤੋਂ? ਫਿਰ ਸੁਣੋ ਗੁਰੂ ਦੀ ਗੱਲ ਨੂੰ, ਦੇਖੋ, ਸਮਝੋ ਇਹਨਾਂ ਗੱਲਾਂ ਨੂੰ। ਕੋਈ ਬੋਕ ਤੇ ਨਹੀਂ ਚੜ੍ਹਦਾ, ਤੇ ਜੇ ਉਹ ਬੋਕ ਤੇ ਚੜ੍ਹਦਾ ਤਾਂ ਮਤਲਬ ਮਲੰਗ ਆ, ਜਿਹਨੂੰ ਕੋਈ ਘੋੜੀ ਘੋੜਾ ਜੁੜਿਆ ਨਹੀਂ, ਚੜਿਆ ਫਿਰਦਾ ਹੋਊਗਾ। ਆਪਾਂ ਕੀ ਲੈਣਾ ਫਿਰ? ਵੀ ਜਿਹੜਾ ਆਪ ਬੋਕ ਤੇ ਚੜ੍ਹਦਾ ਸਾਨੂੰ ਕੀ ਦਿਓ? ਵਿਚਾਰ ਹੈ ਨਾ, ਇਹਦੀ ਵਿਚਾਰ ਕਰੋ ਤਾਂ ਤੇ ਕੱਖ ਨਹੀਂ ਮਿਲਣਾ, ਛੱਡ ਦਿਓ ਤਾਂ ਤੇ। ਏਦਾਂ ਜਾਨੀ ਕਿ ਪਖੰਡਵਾਦ। ਇੱਕ ਨੂੰ ਮੈਂ ਪੁੱਛਿਆ, ਭਾਈ ਕਾਸ ਨੂੰ ਮੰਨਦਾ ਤੂੰ? ਕਹਿੰਦਾ ਮੈਂ ਤਾਂ ਜੀ ਗਣੇਸ਼ ਨੂੰ ਮੰਨਦਾ। ਮੈਂ ਕਿਹਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਮੰਨੀ ਚੱਲ, ਗੱਲ ਵਿਚਾਰ ਦੀ ਹੈ। ਮੈਂ ਕਿਹਾ ਗਣੇਸ਼ ਚੜ੍ਹਦਾ ਕਾਹਤੇ ਹੈ? ਕਹਿੰਦਾ ਚੂਹੇ ਤੇ। ਮੈਂ ਕਿਹਾ ਦੇਖ ਲਓ ਗਣੇਸ਼ ਦਾ ਜਹਾਜ਼, ਤੈਨੂੰ ਲੈ ਜੂ ਚੜਾ ਕੇ ਨਾਲ। ਫਿਰ ਵੀ ਚੂਹੇ ਤੇ ਕਿਵੇਂ ਚੜੂਗਾ ਗਣੇਸ਼? ਕਿਉਂਕਿ ਹਾਥੀ ਦਾ ਸਿਰ ਲੱਗਿਆ ਹੋਇਆ ਹੈ, ਸਿਰ ਹਾਥੀ ਦਾ, ਸਵਾਰੀ ਚੂਹਾ। ਕਦੇ ਤੁਸੀਂ ਇਹ ਦੇਖਿਆ ਵੀ ਸਵਾਰੀ ਛੋਟੀ ਹੋਵੇ ਤੇ ਸਵਾਰ ਵੱਡਾ ਹੋਵੇ? ਸਵਾਰੀ ਛੋਟੀ, ਸਵਾਰ ਵੱਡਾ। ਵਿਚਾਰ ਕਰੋ, ਇਹਨੂੰ ਨਿੰਦਾ ਨਾ ਸਮਝ ਲਿਓ। ਮੈਂ ਬਾਰ-ਬਾਰ ਬੇਨਤੀ ਕਰਦਾ, ਕਾਂਟ ਨਾ ਸਮਝੋ। ਜੋ ਕਿਹਾ ਕਿਸੇ ਨੇ ਤਾਂ ਤੇ ਉਹਦੀ ਵਿਚਾਰ ਕਰੋ। ਜੇ ਕੋ ਕਹੈ ਕਰੈ ਵਿਚਾਰ, ਵਿਚਾਰ ਕਰਕੇ ਦੇਖੋ ਬਈ ਚੂਹਾ ਦੱਸੋ, ਚੂਹਾ ਸਵਾਰੀ। ਉਹ ਕਈ ਵਾਰੀ ਮੈਂ ਹੱਸਦਾ ਹੁੰਦਾ ਵੀ ਜਦੋਂ ਗਣੇਸ਼ ਚੂਹੇ ਤੇ ਬਹਿ ਜਾਂਦਾ ਹੋ, ਚੂਹੇ ਦਾ ਬਣਦਾ ਕੀ ਹੋ? ਚੂਹਾ ਤਾਂ ਫਿਰ ਆਈ ਕਹਿੰਦਾ ਹੋ ਵੀ ਐ ਰੱਬਾ, ਜਾਂ ਤਾਂ ਗਣੇਸ਼ ਨੂੰ ਚੱਕ ਲਾ ਜਾਂ ਮੈਨੂੰ ਚੱਕ ਲਾ। ਬੋਲੋ ਸਤਿਨਾਮ। ਔਖਾ ਹੀ ਬਹੁਤ ਹੁੰਦਾ। ਇੱਕ ਨੂੰ ਮੈਂ ਪੁੱਛ ਲਿਆ, ਹੱਸਦੇ ਨੇ। ਮੈਂ ਕਿਹਾ ਗਣੇਸ਼ ਚੂਹੇ ਤੇ ਚੜ੍ਹਦਾ ਕਿਵੇਂ ਹੋਊਗਾ? ਉਹ ਅਗਲਾ ਉਦੋਂ ਬਸ਼ਰਮ ਸੀ, ਉਹ ਮੈਨੂੰ ਕਹਿੰਦਾ ਭਾਈ ਸਾਹਿਬ ਪਲਾਥੀ ਮਾਰ ਕੇ ਬਹਿੰਦਾ ਹੋ। ਤਾਂ ਤੇ ਕਹਿਣ ਦਾ ਭਾਵ ਕਿ ਇਹ ਗੱਲਾਂ ਜਾਨੀ ਕਿ ਕਸੌਟੀ ਤੇ ਨਹੀਂ ਪੂਰੀਆਂ ਉਤਰਦੀਆਂ। ਜਿਵੇਂ ਕਿ ਕਈ ਕਥਾ ਕਹਾਣੀਆਂ ਪਿਛਲੀਆਂ ਆਉਂਦੀਆਂ, ਕਦੇ ਅਸ਼ਵਨੀ ਕੁਮਾਰ ਘੋੜੀ ਦੇ ਪੇਟ ਤੋਂ ਪੈਦਾ ਹੋਇਆ ਸੀ। ਦੱਸੋ, ਘੋੜੀ ਤੋਂ ਇਹ ਕਦੇ ਹੋ ਸਕਦਾ? ਤਾਂ ਤੇ ਇਦਾਂ ਦੀਆਂ ਬੜੀਆਂ ਹੀ ਜਾਨੀ ਕਿ ਗੱਲਾਂ ਹੈ ਧਰਮ ਦੇ ਨਾਂ ਤੇ, ਬੜੇ ਜਾਨੀ ਕਿ ਕਰਮ ਕਾਂਡ, ਬੜੇ ਕੂੜ ਕਵਾੜ ਗੱਲਾਂ ਚੱਲਦੀਆਂ। ਹੁਣ ਜਿਉਂਦੀਆਂ ਬੀਬੀਆਂ ਨੂੰ ਜਾਲ ਦਿੱਤਾ ਜਾਂਦਾ ਸੀਗਾ। ਜਦੋਂ ਕਿਸੇ ਬੀਬੀ ਦਾ ਪਤੀ ਚੜਾਈਆਂ ਕਰ ਦਿੰਦਾ, ਜਿਉਂਦੀ ਨੂੰ ਬੰਨ੍ਹ ਕੇ, ਉਹਨੂੰ ਵੀ ਧਰਮ ਮੰਨਿਆ ਲੋਕਾਂ ਨੇ। ਲੈ ਦੱਸੋ, ਅਗਰ ਜੀ ਸਤੀ ਦੀ ਰਸਮ ਹੈ, ਬੀਬੀ ਸੁਰਗ ਨੂੰ ਜਾਂਦੀ ਹੈ ਪਤੀ ਦੇ ਨਾਲ। ਦੇਖ ਲਓ, ਐਵੇਂ ਸੁਰਗਾਂ ਦੇ ਲਾਲਚ ਪਾ ਕੇ ਜਿਉਂਦੀਆਂ ਬੀਬੀਆਂ ਨੂੰ ਧਰਮ ਦੇ ਨਾਂ ਦੇ ਉੱਤੇ ਜਿਉਂਦੀਆਂ ਨੂੰ ਮਚਾਇਆ ਜਾਂਦਾ ਰਿਹਾ। ਹੁਣ ਤੁਸੀਂ ਆਪ ਵਿਚਾਰ ਕਰੋ ਵੀ ਧਰਮ ਹੈ ਇਹ? ਗੱਲ ਚੱਲੀ ਇੱਕੋ ਪੁਆਇੰਟ ਵਿਚਾਰ ਦੇ ਉੱਤੇ, ਕੀ ਇਹ ਧਰਮ ਹੈ ਜੀ? ਜਿਉਂਦੀਆਂ ਬੀਬੀਆਂ ਨੂੰ ਤਾਂ ਜਲਾ ਦਿੱਤਾ, ਉਹ ਵੀ ਲੋਕਾਂ ਨੇ ਧਰਮ ਮੰਨ ਲਿਆ ਵੀ ਹਾਂ ਜੀ ਇਹ ਵੀ ਧਰਮ ਹੈ। ਸਤੀ ਰਸਮ ਦਾ ਨਾਮ ਦਿੱਤਾ ਉਸਨੂੰ। ਫੇਰ ਦੇਖੋ, ਕਹਿੰਦੇ ਕੀੜਾ ਮਾਰਨਾ ਪਾਪ ਹੈ। ਚਲੋ ਮੰਨ ਲੈਂਦੇ ਆ ਕੀੜਾ। ਤੇ ਸ਼ੂਦਰ ਕਹਿ ਕੇ ਮਨੁੱਖ ਦਾ ਖੂਨ ਪੀਤਾ ਗਿਆ। ਸ਼ੂਦਰ ਕਹਿ ਕੇ ਕਹਿੰਦੇ ਜੇ ਸ਼ੂਦਰ ਰਾਮ ਨਾਮ ਸੁਣਦਾ ਥਿਆ ਗਿਆ, ਕੰਨ ਬੰਦ ਕਰ ਦਿਓ। ਜੇ ਕਹਿੰਦੇ ਰਾਮ ਨਾਮ ਜਪਦਾ ਥਿਆ ਗਿਆ, ਜੀਭ ਕੱਟ ਦਿਓ। ਹੋਰ ਬੜਾ ਕੁਝ। ਮਨੁੱਖ ਨਾਲ ਸ਼ੂਦਰ ਕਹਿ ਕੇ ਕਿੰਨਾ ਧੱਕਾ ਕੀਤਾ ਗਿਆ। ਕੀੜਾ ਮਾਰਨਾ ਤਾਂ ਪਾਪ ਹੈ, ਇਹਦਾ ਮਤਲਬ ਬੰਦੇ ਨਾਲ ਧੱਕਾ ਕਰਨਾ ਜਾਇਜ਼ ਹੈ। ਬੋਲੋ ਸਤਿਨਾਮ। ਉਹਨੂੰ ਸ਼ੂਦਰ ਕਹਿ ਕੇ ਬੰਦੇ ਨੂੰ ਲਤਾੜ ਦਿੱਤਾ ਗਿਆ, ਸ਼ੂਦਰ ਕਹਿ ਕੇ। ਮਨੁੱਖ ਦਾ ਖੂਨ ਪੀਤਾ ਜਾ ਰਿਹਾ ਸ਼ੂਦਰ ਕਹਿ ਕੇ, ਤੇ ਕੀੜਾ ਮਾਰਨਾ ਪਾਪ।
देखो ये कुछ भी धर्म के नाम से होया ना, इदा यानी कि बड़ा हर गल नूं तुसीं विचार करो भी की धर्म है। हुण तुसीं आप सोच लो इस गल नूं भी की ये धर्म है। धर्म तो इको ही है, सच। सुखमनी साहिब च धर्म की परिभाषा की दी है, सर्व धर्म में श्रेष्ठ धर्म हर को नाम जप निर्मल कर्म। इको ही धर्म है, परमेश्वर का नाम जपो, पवित्र कर्म, कोई माड़ा काम ना करो। कर्म किवें कीते जांदे, अखां नाल असीं वेखदे हां, माड़ा ना वेखो चंगा वेखो, पवित्र हो गया ना। कन्नां नाल सुणदे हां असीं, चंगे ही सुनो, गंदियां टेपां ना सुनो, माड़े वचन ना सुनो। हत्थां नाल काम करदे हां, चंगा ही काम करो, माड़ा ना करो। पैरां नाल तुरदे हां, माड़े पासे ना तुरो, चंगे पासे तुरो। जीव नाल बोलदे हां, की बोलो, गुरु दी बाणी पढ़ो, नाम जपो, तां कि इदां ही पवित्र कर्म हो गया ना। कल्ले कल्ले अंग दा जिहड़ा कर्म है उहनूं पवित्र रखो ते परमेश्वर का नाम जपो। यही धर्म की परिभाषा है। देखो पंजवें पातशाह ने सुखमनी साहिब से यही परिभाषा इहनूं याद कर लो, सर्व धर्म है श्रेष्ठ धर्म। सारे धर्मां चों श्रेष्ठ धर्म है किहड़ा? नाम जपना ते अपने शरीर दे जिन्ने भी अंग है, कल्ले कल्ले अंग दे कर्म नूं, करनी नूं पवित्र रखना। असीं कर्म करदे हां ना, हत्थां पैरां अखां नाल वेखदे हां, कन्नां नाल सुणदे हां, जीभ नाल बोलदे, इहनूं पवित्र कर लो। पवित्र करो जीव नूं भी, अखां नूं भी, कन्नां नूं भी, हत्थां पैरां नूं भी पवित्र रखो ते परमेश्वर का नाम जपो। ये धर्म है, ये धर्म। ते ये जिहड़ा धर्म के नाम के उत्ते देखो फिर कितना कुछ, यानी कि फिर जग वगैरह जे बंदा मारता कहंदे ना रमेद जग, वो लोड़ा आ गया, बंदा मार के जग होंदे रहे इत्थे। बंदा मारता जग काहदा हो गया फिर? जे घोड़ा मारता कहंदे असमेध जग, जे गैंडा मारता कहंदे गैंडा मेद जग। धर्म है ये। विचार करो कि ये धर्म है भी पत्थर की मूर्ति अगे किसी जानवर नूं कट देना। विचार करो। तां गुरु जी बाणी दे विच की विचार दिंदे ने, कहंदे सरजियो काटे निर्जियो पूजे। किन्ने कमाल की गल है कि निर्जिंद पत्थर की मूर्ति नूं पूजदा है, पत्थर की मूर्ति दे अगे किसी जिउंदे जानवर नूं कट रहा है। बोलो सतनाम। विचार करो, जिउंदे जानवर नूं किसी नूं कट्टिया जा रहा है बली देण दे नां दे उत्ते, पत्थर की मूर्ति नूं पूजिया जा रहा है, जानवर नूं कट्टिया जा रहा है, जिउंदी चीज नूं मारिया जा रहा है, निर्जिंद चीज नूं पूजिया जा रहा है। सरजियो काटे निर्जियो पूजे। विचार करो, गलत है ना ये धर्म तो ना होया फिर? ये धर्म की होया भी जिउंदी चीज तो मार दी ते निर्जिंद चीज नूं पूज लिया। ये धर्म है? नहीं है। तां ते इदां कट्टी चलो विचार नाल गल नूं। सच वो सुन सकता है जिहड़ा निरपक्ष है, दायरिਆਂ 'ਚ बंद नहीं होना। धर्म इक्को ही है, सच। सच सबना होए दारू पाप कढ़िया धोए। तां ते रहो विचार, तां तो सिद्ध हो गया भी ये भी धर्म नहीं भी मूर्तियां दे अगे जानवर नूं कट्टी चलो, जां जानवर मार के जग करनी, ये कोई धर्म नहीं। जां इदां दा धर्म बनाया भी ब्राह्मण नूं दान देनी, धर्म है नहीं, बिल्कुल नहीं। दान जानी कि अधिकारी व्यक्ति नूं देना धर्म है। गरीब दा मूंह गुरु दी गोलक, लोड़वंद दी सहायता करनी, कोई एक बंदा दान दा हकदार नहीं। पर धर्म के नाम के उत्ते यही सिखाया गया भी दान ब्राह्मण नूं देना है। की गल काहदे वास्ते? तां ते दान लोड़वंद नूं। गुरमत की कहती है? अकल ही कीचा दान, अकल नाल दान करना है भी लोड़वंद है। जां ऐसे थां भी इत्थे दान जो दिता पैसा चंगे ढंग नाल वरतिया जाऊगा। किते भी तुहानूं लगदा भी पैसे की योग वरतों नहीं हुंदी, उत्थे नहीं तुसीं दान देना। चाहे कुछ भी है, चाहे मैं सीधी गल कहां, चाहे वो मंदिर है, चाहे गुरुद्वारा है, चाहे कुछ भी है। जे किते गुरुद्वारे लगे भी इत्थे पैसा सही ढंग नाल वरतदी नहीं कमेटी, मैं कहूँगा उत्थे भी गोलक च जमा ना पाओ। बोलो सतनाम। निरपक्ष गल करनी है, नोट कर लियो। तां ते बिल्कुल नहीं पाउण दी लोड़। फिर गरीब दा मूंह गुरु दी गोलक, तुसीं आप ही किसी लोड़वंद दी सहायता करो। तां ते इदां गुरमत यानी कि हर थां नूं हर गल दे विच विचार है। इत्थे हर गल नूं गुरु जी ने सच के आधार के उत्ते दस्सिया कि फिर दान नूं भी कह दिता, अकल नाल दान करो भाई, मालक दा नाम जपो, माड़ा काम कोई ना करो, अपने कर्म नूं पवित्र रखो। जिन्ने कर्म कांड ने धर्म के नाम ते वहम भरम ने, इन्हां दी विचार करो। विचार की कसौटी ते फेल हो जाणगे सारे। विचार की कसौटी ते सारा कुछ फेल हो जाएगा। तां ते इदां असीं गुरु प्यारिओ जो कुछ कहा पहला धर्म के नाम ते जां कहा जा रहा है, उहदी विचार करनी है। ਤੇ ਜਦੋਂ ਅਸੀਂ ਵਿਚਾਰ ਕਰਾਂਗੇ ਨਾਲ ਤਾਂ ਸਾਨੂੰ ਪਤਾ ਲੱਗ ਜਾਏ। ਅਸੀਂ ਲੋਕ ਵਿਚਾਰ ਨਹੀਂ ਕਰਦੇ, ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਹਾਂ। ਜੇ ਕਿਸੇ ਨੇ ਕਹਿ ਦਿੱਤਾ ਬੱਕਰਾ ਘੋੜਾ ਪਿੱਛੇ ਹੀ ਲੱਗ ਗਏ ਜਾਂ ਹੋਰ ਬੜੀਆਂ ਤਰ੍ਹਾਂ ਦੀਆਂ ਗੱਲਾਂ, ਤਾਂ ਤੇ ਇਹ ਛੱਡ ਦਿਓ।
इदां धर्म नूं तुसीं इदां कर्म कांड ना बनाओ कि जिस तरह बाणी च आउंदा है, मन हठ बुद्धि केतियां केते वेद विचार केते बंधन जी के गुरमुख मोख द्वार सच्चों ओरै सब को उपर सच आचार। गुरु जी कहते किन्ने ही मन हठ ने, मन हठ किन्ने दुनिया ये धर्म नहीं। मन हठ किन्नी, मन हठ दे नाल कोई जल धारे करदा है, कोई धूने तो मन हठ ही है ना भी धूनियां ताप ला के बह गया 4-5 भी कहते सूरज धूनी उत्ते चलदी है जे ठड़ दे विच की है मन हठ है। शरीर नूं कष्ट देना काहदा धर्म है ये? बरमी मारी सापना मूआ सप दी खड्ड पुੱਟ के सप नहीं मर जांदा। शरीर नूं कष्ट देने मन दे हठ नाल जल धारे करने, भुखा मरना, नंगे पैरी फिरना, वाकी है यह पखंड है। गुरु जी कहते पग उपे ताना अपना कीया कमाना। नंगे पैरी फिरदा अपना कीता आप ही कमाउंदा, आप कंडे खांदा, पत्थां दे नोका खांदा, तुरिया फिरदा, एवें की है धर्म है कोई यह? ताते पग उपे ताना अपना कीया कमाना। अलमल खाई सिर शाही पाई मूर्खन दे पत गवाई। बिन आवे बिना परमेश्वर दे नाम तो नहीं, बिन आवे कुछ खाए ना पाई रहे विवाणी। मड़ी मसानी अंध न जाने फिर पछतानी। सतगुर भेटे सो सुख पाए, हर का नाम मन बसाए। नानक नदर करे सो पाए, आसन दे से तिने केवल हौमै शब्द जलाए। ताते इदां गुरु जी ने सारा कुछ कट दिता। कोई नंगे पैरी फिर नूं धर्म मन रहा, की धर्म है? जे नंगे पैरी फिर के रब मिलता होवे, धर्म होवे, तां जा वस्त्र त्यागे तो परमेश्वर मिलता होवे, तां नगन फिरत जो पाइया जोग बनका मिर्ग मुक्त सब। पशु तो सारी वस्त्रों तो बने ही ने, फिर बनका मिर्ग मुक्त सब होत। तां फिर इदां तां कल्ले कल्ले गुरु जी ने कट दित्ती गल। बिंद राख जो तरीए भाई खुसरे क्यों ना परमगत पाई। सोचो खुसरे क्यों ना परमगत पाई। तां इदां गुरबाणी च हर गल दी विचार दित्ती है ना, हर गल दी गुरबाणी दे विच विचार है भी भाई हर गल नूं विचार करो, हर गल नूं तुसीं पछाणो। ते धर्म दे नां ते बहुत कुछ कूड़ कवाड़ हुंदा, एवें ना मन लिया करो। रहो विचार गल चली सी कित्थे? मन हठ। जिन्ने भी मन दे हठ है ये तां एवें है, तां ते छड्ड दिओ। मन हठ बुद्धि केतियां किन्नियां ही मतां ने, कोई कुछ कहंदा, कोई कुछ कहंदा, कोई कुछ कहंदा। केते वेद विचार किन्नियां वेदां दीयां विचारां, किते दान पुण्य दे विधान, किते जग करन दे विधान, किते जानी कि कर्म कांडां दीयां गल्लां, पता नहीं किन्ना कुछ है। किन्नियां अपनी अपनी विचारां ने, सब दीयां रलदी एक दूजे नाल किसे दी नहीं। केते वेद विचार केते बंधन जी के, किन्ने सारे जी दे बंधन है जिन्ने कर्म कांड है। गुरमुख मोख द्वार, गुरु की कृपा नाल गुरु द्वारा मुक्ति का दरवाजा मिलता है। सच्चों ओरै सब को। ते जिन्ने भी मन हठ ने, जिन्नियां मत्तां ने, वेदां दीयां विचारां, जिन्ने कर्मकांड जी दे बंधन, ये सब जानी कि सच तो ओरे है, सच तो ऊणे है। इन्हां विच सच नहीं, ना मन हठ विच सच है, ना जानी कि कर्मकांडां विच सच है। सच तो सब ऊणे है, सच तो सब थल्ले है। ये सच्चों ओरै सब को उपर सच आचार। सारियां तो उपर गल है गुरु की सिक्ख्या लैके सच्चा सुच्चा जीवन जिउणा। आचार का भाव हुंदा आचरण, प्रैक्टिकल जीवन सच्चा सुच्चा होवे, ये सारियां तो उपर गल है। बाकी सारा कुछ सच तो थल्ले है, ते सारे कर्म कांड मना सच तो ऊणे है। इन्हां दे विच सच नहीं, ते सच नूं दृढ़ करना ही धर्म है। एको धर्म दृढ़ है सच कोई, इक्को ही धर्म। तां ते प्यारे सच नूं दृढ़ करो, हर गल नूं विचारिया करो। एवें पखंडियां दे मगर, चेले चाटड़ियां दे मगर, पखंडी साधां दे मगर ना लग्या करो। गुरु की बाणी जो नरोल सच है, गुरु की बाणी, बाणी गुरु, गुरु है बाणी, ते बाणी ही गुरु का स्वरूप है। तां ते गुरु की बाणी नाल जुड़िए, अपना जीवन बनाइए। इत्थों तक विचार कीती अपना गुरमत दे विचों, सिੱਖੀ सिੱਖਿਆ गुर विचार, इस नूं आधार बना के इदां असीं जानी कि जुड़ना है। विचार दोबारा रहो, विचार आओ। हुण जिन्ना समा बाकी है उन्ने समय दे विच गुर इतिहास दे विचों कुछ विचारां आओ। अज गुर इतिहास दे विचों लगातार 3 दिन आपां कोशिश करांगे धन गुरु नानक पातशाह दे जीवन दे विचों साखियां राहीं सिੱਖਿਆ लैनी है। हुण तक आपां गुरबाणी तों सिੱਖਿਆ लई है, क्यों बवाणियां कहानियां पुੱਤ सपुੱਤ करे ने। गुर इतिहास दे विचों जो असीं साखी पढ़ते हाँ, साखी की डूंघाई विच जाना हुंदा, कहानियां की तरह नहीं पढ़ना। बहुत लोग हैं आपां जिहड़ा बाणी नूं तोता रट पढ़ लैंदे हाँ, इतिहास नूं कहानियां दे तौर ते पढ़ लैंदे हाँ। तोता रट तां समझो ना, तोता रट, तोता रट क्यों कहा जाता है? जे असीं भावां नूं ना समझीए, उहदे ताक जीवन ना जिउईए,
ਤੋਤਾ ਰੱਟ ਤਾਂ ਕਿਹਾ ਜਾਂਦਾ ਭਾਈ, ਜਿਹੜਾ ਤੋਤਾ ਹੁੰਦਾ ਨਾ, ਤੋਤੇ ਦੀ ਜਿਹੜੀ ਜੀਭ ਹੈ ਬੰਦੇ ਦੀ ਜੀਭ ਨਾਲ ਰਲਦੀ ਮਿਲਦੀ ਹੈ। ਇਹ ਕਿਉਂ ਕਿਹਾ ਸੁਣਿਓ। ਤੋਤਾ ਹਰ ਇੱਕ ਸ਼ਬਦ ਬੋਲ ਸਕਦਾ ਹੈ ਜਿਹੜਾ ਬੰਦੇ ਦੀ ਜ਼ੁਬਾਨ ਬੋਲ ਸਕਦੀ ਹੈ। ਤੋਤੇ ਨੂੰ ਤੁਸੀਂ ਕੋਈ ਵੀ ਸ਼ਬਦ ਬੋਲਣਾ ਸਿਖਾ ਸਕਦੇ ਹੋ। ਜੋ ਸ਼ਬਦ ਬੰਦਾ ਬੋਲ ਸਕਦਾ ਜੀਭ ਨਾਲ, ਉਹ ਸ਼ਬਦ ਤੋਤਾ ਵੀ ਬੋਲ ਸਕਦਾ। ਤੋਤੇ ਦੀ ਜੀਭ ਤੇ ਬੰਦੇ ਦੀ ਜੀਭ ਇੱਕੋ ਜਿਹੀ ਹੈ, ਪਰ ਇੱਕ ਫਰਕ ਕੀ ਹੈ ਕਿ ਤੋਤੇ ਨੂੰ ਤੁਸੀਂ ਕੋਈ ਮਰਜ਼ੀ ਸ਼ਬਦ ਬੋਲਣ ਤਾਂ ਸਿਖਾ ਸਕਦੇ ਹੋ, ਪਰ ਤੁਸੀਂ ਤੋਤੇ ਨੂੰ ਨਾ ਤਾਂ ਸ਼ਬਦ ਦਾ ਭਾਵ ਸਿਖਾ ਸਕਦੇ ਹੋ, ਨਾ ਉਸ ਸ਼ਬਦ ਦੇ ਭਾਵ ਮੁਤਾਬਕ ਜਿਉਣਾ ਸਿਖਾ ਸਕਦੇ ਹੋ। ਤੋਤੇ ਨੂੰ ਸ਼ਬਦ ਦਾ ਭਾਵ ਨਹੀਂ ਸਿਖਾਇਆ ਜਾ ਸਕਦਾ, ਬੋਲਣਾ ਸਿਖਾਇਆ ਜਾ ਸਕਦਾ ਕੇਵਲ। ਜਿਵੇਂ ਉਦਾਹਰਨਾਂ ਗੱਲ ਸਮਝ ਆ ਜਾਊ। ਮੰਨ ਲਓ ਤੋਤੇ ਨੂੰ ਪਿਛਲੇ ਸਮਿਆਂ ਦੇ ਵਿੱਚ ਪੜ੍ਹਾਉਂਦੇ ਹੁੰਦੇ, ਆਰਾਮ ਰੱਖਦੇ ਹੁੰਦੇ ਪਿੰਜਰੇ ਦੇ ਵਿੱਚ। ਅੱਜ ਕੱਲ੍ਹ ਤਾਂ ਹੁਣ ਰਿਵਾਜ ਨਹੀਂ ਰਿਹਾ। ਫਿਰ ਉੱਥੇ ਪੜ੍ਹਾ ਦਿੱਤਾ ਤੋਤੇ ਨੂੰ ਇੱਕ, ਹੁਣ ਸਮਝੋ ਵੀ ਤੋਤਾ ਰੱਟ ਕੀ ਹੁੰਦੀ ਹੈ। ਤੋਤੇ ਨੂੰ ਪੜ੍ਹਾ ਦਿੱਤਾ ਜਾਂਦਾ ਗੰਗਾ ਰਾਮ ਚੂਰੀ ਖਾਣੀ ਹੈ। ਤੋਤੇ ਨੂੰ ਪੜ੍ਹਾ ਦਿੱਤਾ ਜਾਂਦਾ, ਉਹ ਅੱਗੋਂ ਕੀ ਕਹਿੰਦਾ, ਉਹ ਬੋਲਦਾ ਕੋਈ, ਉਹ ਕਹਿੰਦਾ ਹਾਂ ਖਾਣੀ ਹੈ। ਹੁਣ ਤੋਤਾ ਇਹ ਬੋਲਣ ਸਿੱਖ ਗਿਆ ਵੀ ਹਾਂ ਖਾਣੀ ਹੈ। ਤੁਸੀਂ ਇਹ ਨਾ ਕਿਤੇ ਸਮਝ ਜਾਓ ਵੀ ਤੋਤੇ ਨੂੰ ਪਤਾ ਹੈ ਵੀ ਹਾਂ ਕੀ ਹੁੰਦੀ ਹੈ, ਖਾਣੀ ਕੀ ਹੁੰਦੀ ਹੈ। ਨਾ, ਉਹਨੂੰ ਕੋਈ ਪਤਾ ਨਹੀਂ। ਉਹ ਤਾਂ ਤੋਤਾ ਰੱਟ ਹੈ, ਉਹਨੂੰ ਜੋ ਪੜ੍ਹਾਤਾ ਬੋਲਣ ਸਿੱਖ ਗਿਆ, ਉਹਨੂੰ ਇਹਦਾ ਭਾਵ ਕੋਈ ਪਤਾ ਨਹੀਂ। ਜੇ ਪ੍ਰਤਿਆਉਣਾ ਹੋਵੇ ਤਾਂ ਤੋਤੇ ਨੂੰ ਕਹੋ ਗੰਗਾ ਰਾਮ ਚੂਰੀ ਖਾਣੀ ਹੈ, ਉਹ ਹਾਂ ਖਾਣੀ ਹੈ। ਤੂੰ ਚੂਰੀ ਪਾਤੀ, ਤੋਤਾ ਰੱਜ ਲਿਆ। ਫਿਰ ਕਹਿ ਦਿਓ ਗੰਗਾ ਰਾਮ ਚੂਰੀ ਖਾਣੀ ਹੈ, ਰੱਜਿਆ ਵੀ ਕਹੀ ਜਾਊਗਾ ਹਾਂ ਖਾਣੀ ਹੈ। ਬੋਲੋ ਸਤਿਨਾਮ। ਕਿਉਂਕਿ ਉਹਨੂੰ ਕੋਈ ਪਤਾ, ਉਹਦਾ ਤੋਤਾ ਰੱਟ ਹੈ ਉਹਦੀ। ਜੇ ਤੁਸੀਂ ਉਹਨੂੰ ਪੜ੍ਹਾਤਾ ਨਹੀਂ ਖਾਣੀ ਹੈ, ਚੱਲ ਮੰਨ ਲਓ ਦੂਜਾ ਭਾਵ ਸਮਝ ਆ ਜਾਂਦੀ ਹੈ ਗੱਲ। ਜੇ ਉਹਨੂੰ ਪੜ੍ਹਾ ਦਿਓ ਵੀ ਨਹੀਂ ਖਾਣੀ ਹੈ, ਪੜ੍ਹਾਤਾ ਤੁਸੀਂ ਵੀ ਜਦੋਂ ਕਿਹਾ ਗੰਗਾ ਰਾਮ ਚੂਰੀ ਖਾਣੀ ਹੈ, ਤੋਤੇ ਨੇ ਕਹਿਣਾ ਨਹੀਂ ਖਾਣੀ ਹੈ। ਉਹ ਤਾਂ ਉਹਦਾ ਤੋਤਾ ਰੱਟ ਹੈ, ਉਹ ਕਹੀ ਚਲੂ ਨਹੀਂ ਖਾਣੀ ਹੈ, ਉਹਨੂੰ ਭਾਵ ਕੋਈ ਨਹੀਂ ਪਤਾ। ਤੁਸੀਂ ਕਹੋ ਗੰਗਾ ਰਾਮ ਚੂਰੀ ਖਾਣੀ ਹੈ, ਭੁੱਖਾ ਮਰਦਾ ਵੀ ਕਹੀ ਜਾਊਗਾ ਨਹੀਂ ਖਾਣੀ ਹੈ। ਬੋਲੋ ਸਤਿਨਾਮ। ਉਹਨੂੰ ਕੋਈ ਪਤਾ ਨਹੀਂ ਵੀ ਹੁਣ ਉਹਨੂੰ ਭੁੱਖ ਲੱਗੀ ਹੈ, ਹੁਣ ਮੈਂ ਕਹਾਂ ਵੀ ਹਾਂ ਖਾਣੀ ਹੈ। ਜਦੋਂ ਮੈਨੂੰ ਭੁੱਖ ਨਹੀਂ ਲੱਗੀ ਉਦੋਂ ਕਹਾ ਨਹੀਂ ਖਾਣੀ, ਇਹ ਕਦੇ ਵੀ ਨਹੀਂ ਹੋ ਸਕਦਾ। ਤੋਤਾ ਸ਼ਬਦ ਦੇ ਭਾਵ ਮੁਤਾਬਕ ਕਦੇ ਵੀ ਜਿਉਣਾ ਸਿੱਖ ਨਹੀਂ ਸਕਦਾ। ਤੋਤਾ ਕਦੇ ਵੀ ਸ਼ਬਦ ਦਾ ਭਾਵ ਨਹੀਂ ਸਿੱਖ ਸਕਦਾ। ਤੇ ਜੇ ਪਿਆਰਿਓ ਅਸੀਂ ਗੁਰੂ ਦੇ ਭਾਵਾਂ ਨੂੰ ਨਹੀਂ ਸਮਝੇ, ਗੁਰੂ ਦੇ ਭਾਵਾਂ ਨੂੰ ਬੋਲੀ ਤਾਂ ਜਾਂਦੇ ਹਾਂ, ਪਰ ਗੁਰੂ ਦੇ ਭਾਵਾਂ ਨੂੰ ਸਮਝਦੇ ਨਹੀਂ, ਗੁਰੂ ਦੇ ਭਾਵਾਂ ਮੁਤਾਬਕ ਜਿਉਂਦੇ ਨਹੀਂ, ਬਸ ਫਿਰ ਤਾਂ ਬਹੁਤ ਦੁਨੀਆ ਜੋ ਸਤਿਪੁਰਸ਼ਾਂ ਦੇ ਬਚਨਾਂ ਨੂੰ ਤੋਤਾ ਰੱਟ ਲਾ ਕੇ ਤੁਰ ਜਾਂਦੀ ਹੈ। ਲੋ ਸਤਿਨਾਮ। ਸਮਝ ਲਿਓ ਗੱਲ ਨੂੰ, ਰਹੋ ਵਿਚਾਰ ਤਾਂ ਤੇ ਬਾਣੀ ਨੂੰ ਸਮਝਣਾ। ਜਿਸ ਤਰ੍ਹਾਂ ਆਪਾਂ ਹੁਣ ਤੱਕ ਥੋੜੀ ਵਿਚਾਰ ਕੀਤੀ ਹੈ ਬਾਣੀ ਦੀ, ਉਸ ਭਾਵ 'ਚ ਫਿਰ ਜਿਉਣਾ ਜ਼ਰੂਰੀ ਹੈ। ਅੱਜ ਇੱਕੋ ਵਿਚਾਰ ਕੀਤੀ ਸੀ ਆਪਾਂ ਵੀ, ਇੱਕ ਦਾ ਆਸਰਾ ਲੈਣਾ ਬਸ, ਹੋਰ ਨਹੀਂ ਕਿਸੇ ਨੂੰ ਮੰਨਣਾ। ਅਗਲਾ ਸਬਜੈਕਟ ਕੱਲ੍ਹ ਨੂੰ ਵਿਚਾਰਾਂਗੇ ਬਾਣੀ ਤੇ। ਆਓ ਹੁਣ ਗੁਰ ਇਤਿਹਾਸ ਦੀਆਂ ਸਾਖੀਆਂ ਕਹਾਣੀਆਂ ਨਹੀਂ, ਸਾਖੀ ਦੀ ਸਿੱਖਿਆ ਨੂੰ ਸਾਖਿਆਤ ਕਰਨਾ ਤਾਂ ਤੇ ਫਿਰ ਉਹਦੇ ਮੁਤਾਬਕ ਅਸੀਂ ਸਿੱਖਿਆ ਲੈਣੀ ਹੈ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ। ਆਪ ਜੀ ਨੇ ਸੁਣਿਆ ਹੋਵੇਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਕ ਵਾਰ ਕਿਤੇ ਲੇਟੇ ਹੋਏ ਹੈ। ਕਹਿੰਦੇ ਮੁੱਖ ਦੇ ਉੱਤੇ ਧੁੱਪ ਪੈਣੀ ਸ਼ੁਰੂ ਹੋ ਗਈ ਤੇ ਸੱਪ ਨੇ ਛਾਂ ਕੀਤੀ। ਇਹ ਸਾਖੀ ਹੈ। ਹਾਂਜੀ, ਇਹ ਕੌਤਕ ਕਿਵੇਂ ਵਰਤਿਆ, ਪਰ ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈ ਸੱਪ ਦੀ ਛਾਂ। ਹੁਣ ਇਹ ਸਾਖੀ ਹੈ ਤਾਂ ਜੇ ਇੰਨੀ ਪੜ੍ਹ ਕੇ ਹਟ ਗਏ ਵੀ ਫਿਰ ਕੀ ਗੱਲ ਬਣੀ, ਪੱਲੇ ਕੀ ਪਿਆ। ਇਹ ਕੋਈ ਕਹਾਣੀ ਤਾਂ ਹੈ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਕਿਤੇ ਲੇਟੇ ਸੀ ਜੀ, ਮੁੱਖ ਦੇ ਧੁੱਪ ਪੈਣ ਲੱਗ ਗਈ ਜੀ, ਸੱਪ ਨਿਕਲਿਆ ਜੀ, ਸੱਪ ਨੇ ਛਾਂ ਕੀਤੀ ਜੀ, ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ। ਇਹ ਕੋਈ ਬਾਤਾਂ ਨਹੀਂ, ਇਹਦੇ ਪਿੱਛੇ ਬਹੁਤ ਡੂੰਘੇ ਭਾਵ ਹੈ। ਆਓ ਹੁਣ ਇਸ ਸਾਖੀ ਨੂੰ ਆਪਾਂ ਸਮਝੀਏ। ਇਹ ਤਾਂ ਸਾਖੀ ਹੋ ਗਈ ਨਾ, ਦੇਖੋ ਦੇਖਣ ਨੂੰ ਛੋਟੀ ਸਾਖੀ ਹੈ, ਵੀ ਸੁਣਾ ਵੀ ਦਿੱਤੀ ਦੇਖੋ, ਪਰ ਇਹਦਾ ਅਰਥ ਬਹੁਤ ਵੱਡਾ ਹੈ, ਇਹਦੀ ਸਿੱਖਿਆ ਬਹੁਤ ਵੱਡੀ ਹੈ। ਆਓ ਹੁਣ ਸਾਖੀ ਨੂੰ ਸਮਝੀਏ। ਹੁਣ ਸੱਪ ਨੇ ਕੀਤੀ ਹੈ ਛਾਂ, ਕੀਤੀ ਹੈ ਨਾ, ਪਰ ਸੱਪ ਦਾ ਜਿਹੜਾ ਆਮ ਸੁਭਾਅ ਹੈ ਉਹ ਕੀ ਹੈ ਕਿ ਸੱਪ ਡੰਗ ਮਾਰਦਾ, ਪਰ ਹੁਣ ਕੀ ਕਰ ਰਿਹਾ ਹੈ, ਸੱਪ ਛਾਂ ਕਰ ਰਿਹਾ ਹੈ। ਸਿੱਖਿਆ ਕੀ ਦੇਣੀ ਚਾਹੁੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ? ਗੁਰੂ ਨਾਨਕ ਸਾਹਿਬ ਜੀ ਆਪਣੇ ਮਿਸ਼ਨ ਦਾ ਪ੍ਰਤੀਕ ਸਮਝਾ ਰਹੇ ਹੈ ਕਿ ਜਿਨ੍ਹਾਂ ਦੇ ਜੀਵਨ ਵਿੱਚ ਜ਼ਹਿਰ ਹੀ ਜ਼ਹਿਰ ਹੈ, ਜਿਨ੍ਹਾਂ ਦਾ ਸੱਪ ਵਰਗਾ ਜੀਵਨ, ਜਿਹੜੇ ਕੇਵਲ ਡਾਂਗੀ ਮਾਰਨ ਜਾਣਦੇ ਹੈ, ਉਹਨਾਂ ਤੋਂ ਵੀ ਛਾਂ ਦਾ ਕੰਮ ਲੈਣਾ, ਭਾਵ ਕਿ ਮਾੜੇ ਤੋਂ ਮਾੜੇ ਦਾ ਸੁਭਾਅ ਬਦਲਣਾ ਹੈ। ਬੋਲੋ ਸਤਿਨਾਮ। ਤੇ ਮਾੜੇ ਤੋਂ ਮਾੜੇ ਦਾ ਸੁਭਾਅ ਬਦਲਿਆ ਜਾ ਸਕਦਾ ਹੈ, ਮਾੜੇ ਤੋਂ ਮਾੜੇ ਦਾ ਸੁਭਾਅ ਬਦਲਿਆ ਜਾ ਸਕਦਾ ਹੈ। ਸੱਪ ਦੀ ਛਾਂ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ।
ਤੇ ਫਿਰ ਕਿੰਨਿਆਂ ਦੇ ਸੁਭਾਅ ਬਦਲੇ। ਭੂਮੀਆਂ ਚੋਰ, ਸੱਪ ਹੈ ਡੰਗ ਮਾਰਦਾ ਹੈ, ਰਾਤ ਨੂੰ ਡਾਕੇ ਮਾਰਦਾ ਹੈ, ਬਦਲਿਆ ਨਾ ਫਿਰ। ਕੌਡਾ ਭੀਰ ਬਦਲਿਆ ਨਾ। ਸੱਜਣ ਠੱਗ ਕਿੱਡਾ ਨਾਗ ਹੈ, ਸੱਪ ਹੈ, ਨਕਲੀ ਧਰਮਸ਼ਾਲਾ ਬਣਾਈ ਬੈਠਾ ਹੈ, ਤੇ ਫਿਰ ਕੀ ਲਿਆ ਨਾ, ਸੱਪ ਤੋਂ ਲਿਆ ਨਾ ਛਾਂ ਦਾ ਕੰਮ। ਸੱਜਣ ਠੱਗ ਜਿਹੜਾ ਮਨੁੱਖਤਾ ਦਾ ਕਾਤਲ ਸੀ, ਉਹਦਾ ਜੀਵਨ ਬਦਲ ਕੇ ਉਹ ਤੋਂ ਗੁਰਮਤਿ ਦੇ ਪ੍ਰਚਾਰ ਦਾ ਕੰਮ ਲੈ ਲਿਆ। ਬੋਲੋ ਸਤਨਾਮ। ਇਹ ਹੈ ਮੇਰੇ ਸਤਿਗੁਰੂ ਨਾਨਕ ਦਾ ਮਿਸ਼ਨ ਕਿ ਸੱਜਣ ਠੱਗ ਵਰਗਿਆਂ ਤੋਂ ਵੀ ਨਿਰਾਸ਼ ਨਹੀਂ ਮੇਰੇ ਗੁਰੂ ਜੀ। ਸੱਪ ਵਰਗਾ ਜੀਵਨ ਹੈ ਸੱਜਣ ਠੱਗ ਦਾ, ਪਰ ਮੇਰੇ ਸਤਿਗੁਰੂ ਜੀ ਆਸ਼ਾਵਾਦੀ ਹੈ। ਸੱਪ ਤੋਂ ਛਾਂ ਦਾ ਕੰਮ ਲੈਣ ਦਾ ਭਾਵ ਮਨੁੱਖ ਨੂੰ ਆਸ਼ਾਵਾਦੀ ਹੋਣਾ ਚਾਹੀਦਾ, ਨਿਰਾਸ਼ਾਵਾਦੀ ਹੋਣਾ ਚਾਹੀਦਾ ਵੀ ਇਹਦਾ ਕੋਈ ਇਲਾਜ ਨਹੀਂ, ਇਹ ਨਹੀਂ ਸੁਧਰ ਸਕਦਾ ਹੁਣ। ਨਾ ਨਾ ਨਾ, ਗੁਰੂ ਜੀ ਕਹਿੰਦੇ ਸੱਪ ਤੋਂ ਵੀ ਛਾਂ ਦਾ ਕੰਮ ਲਿਆ ਜਾ ਸਕਦਾ, ਮਾੜੇ ਤੋਂ ਮਾੜੇ ਨੂੰ ਸੁਧਾਰ ਕੇ ਕੰਮ ਲਿਆ ਜਾ ਸਕਦਾ, ਮਾੜੇ ਤੋਂ ਮਾੜਾ ਵੀ ਸੁਧਰ ਸਕਦਾ। ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਸੇ ਵੀ ਮਾੜੇ ਤੋਂ, ਆਸ਼ਾਵਾਦੀ ਰਹਿਣਾ ਚਾਹੀਦਾ ਕਿ ਮਾੜੇ ਤੋਂ ਮਾੜਾ ਬੰਦਾ ਵੀ ਕਿਸੇ ਦਿਨ ਮਹਾਨ ਪੁਰਖ ਬਣ ਸਕਦਾ ਹੈ। ਬੋਲੋ ਸਤਨਾਮ। ਆਮ ਲੋਕ ਦਰਕਾਰ ਦਿੰਦੇ ਨੇ ਇਹ ਤਾਂ ਮਾੜਾ, ਤਾਂ ਭੈੜਾ, ਠੱਗ ਹੈ, ਚੋਰ ਹੈ, ਬੈਲੀ ਹੈ, ਐਬੀ। ਗੁਰੂ ਜੀ ਕਹਿੰਦੇ ਨਹੀਂ, ਇਹ ਮਹਾਨ ਪੁਰਖ ਬਣ ਸਕਦਾ। ਇਹੀ ਦੇਖੋ, ਇਹ ਹੈ ਗੁਰੂ ਨਾਨਕ ਸਾਹਿਬ ਦਾ ਮਿਸ਼ਨ। ਪਿਛਲੇ ਸਮਿਆਂ ਵਿੱਚ ਸੁਣਦੇ ਹੁੰਦੇ ਸੀ